विधान के देवी देव द्योहरे संतोख सिंह दूर होते रीत मिट जाती कथा वेदन पुराण की। श्री गुरु गोबिंद सिंह पावन परम सूरा। श्री गुरु गोबिंद सिंह पावन परम सूर मूर्त न होती जो करना निधान की। जिसमें अमृत ज्ञान है मानक भगत वैराग। श्री गुरु ग्रंथ साहिब उदद बंदों कार्य अनुराग। श्री गुर शब्द कमाए जैन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु जी। दोहरा दिज गमन्यों दिल्ली दिशा सने सने मग जाए। पहुँचे चंदू के सदन आशिक दई वधाए। दिज गमन्यों दिल्ली दिशा। वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल शब्द गुरु। चावर तख्त छतर दे मालक दसां पातशाहियां दी जोत। समर्थ परतख हाजर नाजर सतगुरु। वालीए दो जहां हलत पलत दे रखियक। धन धन साहिब सतगुरु। आद श्री गुरु ग्रंथ साहिब जी महाराज। ऐसे दीन दयाल सतगुरु पातशाह जी की अपरे अपार कृपा रहमत बख्शत का सदका श्री दशमेश पिता जी श्री कलगीधर जी पंथवाली अमृत दे दाते सतगुरु साहिब कमाल बादशाह दरवेश हरशां फरशां दे मालक धन 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 सतगुरु। श्री गुरु गोबिंद सिंह साहिब जी महाराज जी दे महान पावन पवित्र इतिहासक अस्थान तख्त श्री केसगढ़ साहिब जी विखे हाज़रियां भरदियां यात्रा करदियां साहिबां जी दी महान गुरसंगत पंगत दा लाहा लै रहे गुरु सवारे। गुरु पातशाह जी दी साजी नवाजी गुरु रूप साध संगत जीओ। आप जी धनता दे योग हो जिन्हां नूं सतगुरु जी की कृपा द्वारा सुभाग प्राप्त होया है। साहिबां जी की महान गुरसंगत च बैठ करके सतगुरु जी की वडियाई सरवण करन दा गुर इतिहास सरवण करन दा साहिबां ने सुभाग बख्शिया है।
ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਅਸਥਾਨ ਤੇ ਲੜੀਵਾਰ ਗੁਰੂ ਕੇ ਇਤਿਹਾਸ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਮਹਾਕਵੀ ਕਵੀ ਰਾਜ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮੇਰੀ ਪੀਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਦੀ ਸੁੰਦਰ ਮੂਰਤੀ, ਸੋਹਣੇ ਸੁਨੱਖੇ ਰੂਹਾਨੀਅਤ ਭਰੇ ਸਰੂਪ ਮੁਖੜੇ ਦੀ ਹਸਤ ਕਮਲਾਂ ਦੀ ਮਹਿਮਾ ਵਡਿਆਈ ਕੀਤੀ ਹੈ। ਔਰ ਕਈ ਕਵਿੱਤ ਕਈ ਸਵਈਏ ਭਾਈ ਸਾਹਿਬ ਜੀ ਨੇ ਐਸੇ ਉਚਾਰਨ ਕੀਤੇ ਜੋ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਕੀਰਤੀ ਜਸ ਦੇ ਨਾਲ ਭਰੇ ਹਨ। ਐਸੇ ਦੀਨ ਦਿਆਲ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਸੂਰਬੀਰ ਬਹਾਦਰ ਯੋਧੇ, ਯੋਧਿਆਂ ਵਿੱਚੋਂ ਸ਼੍ਰੋਮਣੀ ਯੋਧੇ, ਮੇਰੀ ਪੀਰ ਦੇ ਮਾਲਕ ਸਾਹਿਬ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ। ਅੱਜ ਦੇ ਦਿਨ ਚੇਤ ਸੁਦੀ 5 ਨੂੰ ਈਸਵੀ ਸੰਨ 1644 ਨੂੰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਗੁਰਦੁਆਰਾ ਪਤਾਲਪੁਰੀ ਸਾਹਿਬ ਜੀ ਦੇ ਮਹਾਨ ਪਵਿੱਤਰ ਮੁਕਾਮ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਪਾਵਨ ਸਰੀਰ ਤਿਆਗਿਆ ਔਰ ਉੱਥੇ ਹੀ ਸਤਿਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਸਾਹਿਬਾਨ ਜੀ ਦਾ ਸੰਸਕਾਰ ਕੀਤਾ ਗਿਆ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ 23 ਹਾੜ ਸੰਨ 1695 ਈਸਵੀ ਨੂੰ ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਮਾਂ ਗੰਗਾ ਜੀ ਦੀ ਪਾਵਨ ਕੁੱਖ ਤੋਂ ਅਵਤਾਰ ਧਾਰਿਆ। ਬਚਪਨ ਦੇ ਬੇਅੰਤ ਕੌਤਕ ਹਨ ਜੋ ਆਪ ਜੀ ਨੇ ਪਿੱਛੇ ਸਰਵਣ ਕੀਤੇ ਹਨ। ਗੁਰਮੁਖੀ ਦੀ ਵਿਦਿਆ, ਸ਼ਸਤਰ ਵਿਦਿਆ, ਘੋੜ ਸਵਾਰੀ ਦੀ ਵਿਦਿਆ ਸਾਰਾ ਸਤਿਗੁਰੂ ਪਾਤਸ਼ਾਹ ਨੇ ਯੋਗ ਪ੍ਰਬੰਧ ਕੀਤਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਜੇਠਾ ਜੀ ਵਰਗੇ ਗੁਰਮੁਖਾਂ ਦੇ ਕੋਲੋਂ ਇਹ ਸਾਰੀ ਤਾਲੀਮ ਸਾਰੀ ਵਿਦਿਆ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਿਵਾਈ। 9 ਸਾਲ ਦੀ ਉਮਰ ਹੋਈ ਸੰਨ 1604 ਦੇ ਵਿੱਚ ਜਦੋਂ ਪਹਿਲਾ ਆਨੰਦ ਕਾਰਜ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਬ੍ਰਹਮ ਗਿਆਨੀ ਮਹਾਂਪੁਰਸ਼ ਭਾਈ ਸਾਹਿਬ ਭਾਈ ਪਾਰੋ ਜੀ ਦੀ ਕੁੱਲ ਦੇ ਗੁਰਮੁਖ ਪਿਆਰੇ ਭਾਈ ਨਰਾਇਣ ਦਾਸ ਦੀ ਪੁੱਤਰੀ ਸਾਡੇ ਸਤਿਕਾਰਯੋਗ ਮਾਤਾ ਦਮੋਦਰੀ ਜੀ ਦੇ ਨਾਲ ਹੋਇਆ, ਜਿਨ੍ਹਾਂ ਦੀ ਪਾਵਨ ਕੁੱਖ ਤੋਂ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਪ੍ਰਗਟ ਹੋਏ। ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਔਰ ਇੱਕ ਧੀ ਬੀਬੀ ਵੀਰੋ ਜੀ ਨੇ ਜਨਮ ਲਿਆ। ਦੂਸਰਾ ਆਨੰਦ ਕਾਰਜ 18 ਸਾਲ ਦੀ ਉਮਰ ਵਿੱਚ ਸੰਨ 1613 ਦੇ ਵਿੱਚ ਸਾਡੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਲ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਭਾਈ ਹਰੀ ਚੰਦ ਦੀ ਪੁੱਤਰੀ ਉਸ ਨਾਲ ਹੁੰਦਾ ਹੈ। ਬਾਬਾ ਅਟਲ ਰਾਏ ਜੀ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਪਾਵਨ ਕੁੱਖ ਤੋਂ ਪ੍ਰਗਟ ਹੋਏ। ਔਰ ਤੀਜਾ ਆਨੰਦ ਕਾਰਜ ਮਡਿਆਲੀ ਦੇ ਰਹਿਣ ਵਾਲੇ ਭਾਈ ਦਇਆ ਰਾਮ ਜੀ, ਉਸ ਦੀ ਸਤਿਕਾਰਤ ਪੁੱਤਰੀ ਬੀਬੀ ਮਹਾਦੇਵੀ ਸਾਡੇ ਸਤਿਕਾਰਯੋਗ ਮਾਤਾ ਮਰਵਾਹੀ ਜੀ ਨਾਲ 20 ਸਾਲ ਦੀ ਉਮਰ ਵਿੱਚ ਸੰਨ 1615 ਦੇ ਵਿੱਚ ਮਡਿਆਲੀ ਨਗਰ ਵਿੱਚ ਹੁੰਦਾ ਹੈ। 3 ਆਨੰਦ ਕਾਰਜ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਮਰਵਾਹੀ ਜੀ ਦੀ ਕੁੱਖ ਤੋਂ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ 2 ਸਪੁੱਤਰ ਪੈਦਾ ਹੋਏ। ਸਤਿਗੁਰੂ ਪਾਤਸ਼ਾਹ ਦੇ 5 ਸਾਹਿਬਜ਼ਾਦੇ ਔਰ ਇੱਕ ਧੀ ਬੀਬੀ ਵੀਰੋ ਜੀ ਹਨ। ਸੰਨ 1606 ਵਿੱਚ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਹੈ। ਗੁਰਤਾ ਗੱਦੀ ਦੇ ਸਿੰਘਾਸਨ ਤੇ ਸਤਿਗੁਰੂ ਪਾਤਸ਼ਾਹ ਜੀ ਬਿਰਾਜਮਾਨ ਹੋਏ। ਉਸ ਸਮੇਂ ਜੋ ਮੁੱਢਲੀ ਰੀਤੀ ਸੀ ਸੇਲੀ ਟੋਪੀ ਵਾਲੀ, ਉਸ ਦਾ ਤਿਆਗ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਲਗੀ ਤੋੜਾ ਜਿਗਾ ਸਜਾਈ
ਦੋ ਸ੍ਰੀ ਸਾਹਿਬਾਂ ਮੀਰੀ ਔਰ ਪੀਰੀ ਦੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਧਾਰਨ ਕੀਤੀਆਂ। ਸੰਨ 1608 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਅਕਾਲ ਬੁੰਗਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ। ਹੁਕਮਨਾਮੇ ਜਾਰੀ ਕੀਤੇ ਕਿ ਜਿਹੜਾ ਸਤਿਗੁਰੂ ਦੀ ਖੁਸ਼ੀ ਪ੍ਰਸੰਨਤਾ ਚਾਹੁੰਦਾ ਹੈ, ਆਪਣੀਆਂ ਜਵਾਨੀਆਂ ਆਪਣੀ ਕਿਰਤ ਕਮਾਈ ਵਿੱਚੋਂ ਸੁੰਦਰ ਸ਼ਾਸਤਰ ਹਥਿਆਰ ਤੇ ਘੋੜੇ ਲੈ ਕੇ ਸਤਿਗੁਰੂ ਨੂੰ ਭੇਟਾ ਕਰੇ, ਸਾਹਿਬਾਂ ਦੀ ਅਤਿਅੰਤ ਖੁਸ਼ੀ ਹੋਵੇਗੀ। ਸਿੱਖ ਸੰਗਤਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲ ਵਹੀਰਾਂ ਕੱਢ ਦਿੱਤੀ। ਇਤਿਹਾਸਕਾਰ ਲਿਖਦੇ ਕਿ ਉਸ ਸਮੇਂ ਕੋਈ ਥਾਂ ਨਹੀਂ ਸੀ ਲੱਭਦੀ ਕਿ ਜਿੱਥੇ ਕੋਈ ਪੜਾ ਲਾਵੇ। ਜਿਵੇਂ ਹੋਲੇ ਮਹੱਲੇ 'ਤੇ ਇੱਥੇ ਸੰਗਤਾਂ ਦੀ ਭੀੜ ਹੁੰਦੀ, ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸੰਨ 1608 ਵਿੱਚ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਦੇਸ਼ਾਂ ਪ੍ਰਦੇਸ਼ਾਂ ਹੁਕਮਨਾਮੇ ਪਹੁੰਚੇ। ਸਿੱਖ ਸੰਗਤਾਂ ਬੜੀਆਂ ਭਾਰੀ ਤਾਦਾਦ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੀਆਂ। ਸਦੀਆਂ ਤੋਂ ਪਈ ਹੋਈ ਗੁਲਾਮੀ ਨੂੰ ਗਲੋਂ ਲਾਉਣ ਵਾਸਤੇ, ਅਣਖ ਤੇ ਗੈਰਤ ਦਾ ਜੀਵਨ ਜਿਉਣ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਜੋਸ਼ ਭਰੀਆਂ ਜੋਸ਼ੀਲੀਆਂ ਤਕਰੀਰਾਂ ਕੀਤੀਆਂ, ਜਿਨ੍ਹਾਂ ਸਾਹਿਬਾਂ ਦੀਆਂ ਤਕਰੀਰਾਂ ਨੇ ਸਦੀਆਂ ਤੋਂ ਜੰਮੀ ਹੋਈ ਹਿੰਦੁਸਤਾਨੀਆਂ ਦੇ ਮਨਾਂ ਦੀ ਮੈਲ ਜਿਹੜੀ ਸੀ ਉਹ ਧੋ ਦਿੱਤੀ। ਗੁਰੂ ਕੇ ਸੂਰਬੀਰ ਯੋਧੇ ਸਤਿਗੁਰੂ ਪਾਤਸ਼ਾਹ ਤੋਂ, ਧਰਮ ਤੋਂ, ਕੌਮ ਤੋਂ, ਪਰ ਉਪਕਾਰਾਂ ਤੋਂ ਆਪਣਾ ਆਪਾ ਨਿਸ਼ਾਵਰ ਕਰਨ ਵਾਸਤੇ ਸਾਹਿਬਾਂ ਦੀ ਸੰਗਤ ਪੰਗਤ ਵਿੱਚ ਹਾਜ਼ਰ ਹੋ ਕਰਕੇ ਆਪਣੀਆਂ ਜਵਾਨੀਆਂ ਭੇਟਾ ਕਰਨ ਲੱਗੇ ਔਰ ਸਮੇਂ ਦੀ ਉਡੀਕ ਕਰਦੇ ਹਨ। ਅਖੀਰ ਉਹ ਸਮਾਂ ਆਇਆ ਸੰਨ 1628 ਦਾ ਦਿਨ, ਜਦੋਂ ਲਾਹੌਰ ਸ਼ਹਿਰ ਤੋਂ ਮੁਖਲਸ ਖਾਨ ਦੀ ਅਗਵਾਈ ਵਿੱਚ ਚੜ੍ਹੀ ਹੋਈ 7000 ਫੌਜ ਦਾ ਮੁਕਾਬਲਾ ਸਤਿਗੁਰੂ ਪਾਤਸ਼ਾਹ ਨੇ ਕੀਤਾ। ਖਾਲਸਾ ਕਾਲਜ ਵਾਲੇ ਅਸਥਾਨ 'ਤੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਮੁਖਲਸ ਖਾਨ ਦਾ ਸਿਰ ਧੜ ਤੋਂ ਵੱਢ ਕਰਕੇ ਸੁੱਟਿਆ। 7000 ਫੌਜ ਮਾਰੀ ਗਈ। ਬੜੀ ਭਾਰੀ ਕਰਾਰੀ ਹਾਰ ਹੁੰਦੀ ਹੈ। 2 ਸਾਲ ਦਾ ਸਮਾਂ ਲੰਘਿਆ ਸੀ। ਸੰਨ 1630 ਆਇਆ। ਸੰਨ 1630 ਦੇ ਵਿੱਚ ਬਿਆਸਾ ਦਰਿਆ ਦੇ ਕੰਢੇ 'ਤੇ ਵਸੇ ਨਗਰ ਸ੍ਰੀ ਹਰਗੋਬਿੰਦਪੁਰਾ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪੜਾਅ ਲਾਈ ਬੈਠੇ ਸਨ। ਬਰਸਾਤਾਂ ਦੇ ਦਿਨ ਸਨ। ਭਗਵਾਨ ਦਾਸ ਘੇਰੜੂ ਨੇ ਆ ਕੇ ਵੱਡੇ ਗੁਰੂ ਸਾਹਿਬਾਂ ਦੀ ਨਿੰਦਾ ਕੀਤੀ, ਸਾਹਿਬਾਂ ਨੂੰ ਕਬੂਲ ਬੋਲੇ। ਬਾਬਾ ਬਿਧੀ ਚੰਦ ਨੇ ਸਾਥੀਆਂ ਸਮੇਤ ਉਸ ਦਾ ਜੂਤ ਪੁਲਾਨ ਕੀਤਾ, ਚਾਟਾ ਛਕਾਇਆ, ਉਸ ਦਾ ਫਾਹਾ ਵੱਢ ਕਰਕੇ ਬਿਆਸਾ ਦਰਿਆ 'ਚ ਸੁੱਟ ਦਿੱਤਾ। ਉਹਦਾ ਪੁੱਤਰ ਰਤਨ ਚੰਦ ਚੰਦੂ ਦੇ ਪੁੱਤਰ ਕਰਮ ਚੰਦ ਨੂੰ ਨਾਲ ਲੈ ਕੇ ਜਲੰਧਰ ਦੇ ਸੂਬੇਦਾਰ ਅਬਦੁੱਲਾ ਖਾਨ ਦੇ ਪਾਸ ਜਾ ਕੇ ਫਰਿਆਦੀ ਹੋਏ। ਅਬਦੁੱਲਾ ਖਾਨ 15000 ਫੌਜ ਲੈ ਕੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ 'ਤੇ ਚੜ੍ਹਾਈ ਕੀਤੀ। ਸ਼੍ਰੀ ਹਰਗੋਬਿੰਦਪੁਰੇ ਦੇ ਮੈਦਾਨ ਅੰਦਰ ਸੰਨ 1630 ਦੇ ਵਿੱਚ ਲਹੂ ਡੋਲਵੀਂ ਲੜਾਈ ਧਰਮ ਯੁੱਧ ਹੋਇਆ, ਜਿਸ 'ਚ ਭਾਵੇਂ ਕਿ ਸਿੱਖ ਵੀ ਬਹੁਤ ਸੈਂਕੜਿਆਂ ਦੀ ਗਿਣਤੀ 'ਚ ਸ਼ਹੀਦ ਹੋਏ। ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤੇਗੇ ਦੇ ਵਾਰ ਨਾਲ ਅਬਦੁੱਲਾ ਖਾਂ ਸਦਾ ਦੀ ਨੀਂਦ ਸੌਂ ਗਿਆ। ਉਹਦਾ ਧੜ ਤੇ ਸਿਰ ਸਤਿਗੁਰੂ ਪਾਤਸ਼ਾਹ ਨੇ ਵੱਖ-ਵੱਖ ਕਰ ਦਿੱਤੇ। 1 ਸਾਲ ਦਾ ਸਮਾਂ ਲੰਘਿਆ ਸੀ ਸੰਨ 1631 ਦਾ, ਜਦੋਂ ਬਹਾਦਰ ਬਾਬਾ ਬਿਧੀ ਚੰਦ ਜੀ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਗੁਰੂ ਕੀ ਇਮਾਨਤ ਘੋੜੇ ਲੈ ਕੇ ਮਾਲਵੇ ਦੀ ਧਰਤੀ 'ਤੇ ਪਹੁੰਚੇ। ਗੁਰੂਸਰ ਮਹਾਰਾਜ ਵਾਲੇ ਅਸਥਾਨ 'ਤੇ ਸੰਨ 1631 ਦੇ ਵਿੱਚ ਬਿਕਰਮੀ ਸੰਮਤ 1691 ਸਿਆਲ ਦੇ ਦਿਨ ਸਨ। ਪੋਹ ਦਾ ਮਹੀਨਾ ਚੱਲ ਰਿਹਾ ਸੀ, ਬੜੀ ਠੰਡ ਦਾ ਮੌਸਮ ਸੀ। ਜਦੋਂ ਕਾਬਲ ਕੰਧਾਰ ਦੇ ਸੂਬੇਦਾਰ ਲਲਾ ਬੇਗ ਤੇ ਕਾਬਲੀ ਬੇਗ 35000 ਫੌਜਾਂ ਲੈ ਕੇ ਆ ਪਹੁੰਚੇ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਅਗਵਾਈ ਵਿੱਚ। ਸਿੱਖ ਬੜੇ ਥੋੜ੍ਹੀ ਗਿਣਤੀ ਵਿੱਚ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਤੇਗ ਦੀ ਧਾਰ ਨੇ ਵੈਰੀ ਦੀਆਂ ਸਫਾਂ ਵਿਛਾਈਆਂ। ਸਾਹਿਬਾਂ ਦੇ ਪੱਥੇ ਵਿੱਚੋਂ ਨਿਕਲੇ ਹੋਏ ਤਰਕਸ਼ ਦੇ ਚੜ੍ਹ ਕੇ ਛੁੱਟੇ ਹੋਏ ਤੀਰਾਂ ਨੇ ਵੈਰੀਆਂ ਨੂੰ ਭਾਜਣਾ ਪਾਈ। 35000 ਫੌਜ ਦੇ ਵਿੱਚੋਂ 94 ਬੰਦੇ ਬਚ ਕਰਕੇ ਵਾਪਸ ਪਹੁੰਚੇ। ਦੋਵੇਂ ਵੱਡੇ ਜਰਨੈਲ ਕਾਬਲੀ ਬੇਗ, ਲਲਾ ਬੇਗ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਹੱਥੋਂ ਮਾਰੇ ਗਏ। ਸੰਨ 1631 ਦਾ ਇਹ ਜੰਗ ਬੜੇ ਥੋੜ੍ਹੇ ਵਕਬੇ ਨਾਲ ਹੋਏ। ਅਖੀਰਲਾ ਵੱਡਾ ਯੁੱਧ ਸੰਨ 1635 ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਵਸਾਈ ਨਗਰੀ ਵਿੱਚ ਨਿਮਕ ਹਰਾਮੀ ਪੈਦੇ ਖਾਨ ਨੇ
ਜਲੰਧਰ ਦੇ ਸੂਬੇਦਾਰ ਕਾਲੇ ਖਾਨ ਨੂੰ ਨਾਲ ਲੈ ਕੇ 75,000 ਤੋਂ ਉੱਪਰ ਫੌਜ ਲੈ ਕੇ ਸਤਿਗੁਰੂ ਪਾਤਸ਼ਾਹ 'ਤੇ ਚੜ੍ਹਾਈ ਕੀਤੀ। ਭਿਆਨਕ ਯੁੱਧ ਹੋਇਆ। ਇਸ ਜੰਗ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ 13 ਸਾਲ ਦੀ ਉਮਰ ਵਿੱਚ ਭਾਰੀ ਜੌਹਰ ਵਿਖਾਏ। ਬਾਬਾ ਗੁਰਦਿੱਤਾ ਜੀ ਦੇ ਹੱਥੋਂ ਪੈਦੇ ਖਾਨ ਦਾ ਜਵਾਈ ਅਸਮਾਨ ਖਾਂ ਮਾਰਿਆ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਤੇਗ ਨਾਲ ਕਾਲੇ ਖਾਨ ਦਾ ਸਿਰ ਵੱਢਿਆ ਗਿਆ। ਪੈਦੇ ਖਾਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੱਥੋਂ ਮਾਰਿਆ ਗਿਆ। ਬਹੁਤ ਭਾਰੀ ਹਾਰ ਹੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਰਤਾਰਪੁਰ ਸਾਹਿਬ ਨੂੰ ਛੱਡ ਕੇ ਉਸੇ ਸ਼ਾਮਾਂ ਨੂੰ ਚਾਲਾ ਪਾ ਕੇ ਚੱਲਦੇ ਹੋਏ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸੰਨ 1635 'ਚ ਪਹੁੰਚੇ। ਪਿਛਲੇ ਜੀਵਨ ਦੇ 9 ਸਾਲ 1635 ਤੋਂ ਲੈ ਕੇ 1644 ਦੇ ਅੱਜ ਦੇ ਦਿਨ ਤੱਕ, ਉਹ ਐਤਵਾਰ ਦਾ ਦਿਨ ਸੀ ਜਦੋਂ ਚੇਤ ਸੁਦੀ 5 ਨੂੰ ਸੰਨ 1644 ਦੇ ਦਿਨ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਪਾਵਨ ਸਥਾਨ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜੋ ਇੱਕ ਕੱਚਾ ਕੋਠਾ ਸਾਹਿਬਾਂ ਤਿਆਰ ਕਰਵਾਇਆ ਸੀ ਤੇ ਪਿਛਲੇ 7 ਦਿਨ ਉਸ ਵਿੱਚ ਸਮਾਧੀ ਸਥਿਤ ਹੋਏ ਰਹੇ। ਇਸ ਤੋਂ ਕਾਫੀ ਸਮਾਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਇਕਾਂਤ ਵਿੱਚ ਰਹਿਣ ਲੱਗ ਪਏ। ਗੁਰਤਾ ਗੱਦੀ ਸਾਹਿਬ ਗੁਰੂ ਹਰਿ ਰਾਇ ਪਾਤਸ਼ਾਹ ਆਪਣੇ ਪੋਤਰਾ ਸਤਿਗੁਰੂ ਨੂੰ ਬਖਸ਼ਿਸ਼ ਕਰ ਦਿੱਤੀ। ਸਾਰੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਔਰ ਆਪ ਇਕਾਂਤ 'ਚ ਰਹਿੰਦੇ ਹਨ। ਬੜੇ ਘੱਟ ਬਚਨ ਕਰਦੇ ਸਨ। ਬਚਨ ਹੋਇਆ ਪੋਤਰਾ ਸਤਿਗੁਰੂ ਨੂੰ ਕਿ 7ਵੇਂ ਦਿਨ ਤੁਸੀਂ ਦਰਵਾਜ਼ਾ ਖੋਲ੍ਹਣਾ। ਇਸੇ ਤਰ੍ਹਾਂ ਗੁਰੂ ਹਰਿ ਰਾਇ ਸੱਚੇ ਪਾਤਸ਼ਾਹ ਨੇ ਕੀਤਾ ਕਿ ਵੇਖਿਆ ਕਿ ਅੰਦਰ ਥੰਮ ਦੇ ਨਾਲ ਵੱਡੀ ਕੰਧ ਦੇ ਨਾਲ ਢੋਲ ਆ ਕਰਕੇ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਸਰੀਰ ਟਿਕਿਆ ਹੋਇਆ, ਪਰ ਸਵਾਸ ਨਹੀਂ ਚੱਲ ਰਹੇ। ਮੁਖੜੇ ਦੀ ਆਭਾ ਉਸੇ ਤਰ੍ਹਾਂ ਹੀ ਡਲਕਾ ਮਾਰਦੀ ਹੈ। ਰੂਹਾਨੀਅਤ ਉਸੇ ਤਰ੍ਹਾਂ ਕਾਇਮ ਹੈ। ਸਾਹਿਬ ਗੁਰੂ ਹਰਿ ਰਾਇ ਪਾਤਸ਼ਾਹ ਨੇ ਭਾਈ ਭਾਨਾ ਜੀ, ਬਾਬਾ ਸੂਰਜਮਲ ਜੀ, ਹੋਰ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪਾਵਨ ਸਰੀਰ ਦਾ ਅੰਤਮ ਇਸ਼ਨਾਨ ਕਰਵਾਇਆ। ਚੰਦਨ ਦੀ ਚਿਖਾ ਪਤਾਲਪੁਰੀ ਸਾਹਿਬ ਵਾਲੇ ਸਥਾਨ 'ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹੁਕਮ ਕੀਤਾ ਸੀ ਸਾਡਾ ਸੰਸਕਾਰ ਇੱਥੇ ਕੀਤਾ ਜਾਏ। ਜਦੋਂ ਚਿਖਾ ਨੂੰ ਸਤਿਗੁਰੂ ਹਰਿ ਰਾਇ ਪਾਤਸ਼ਾਹ ਜੀ ਨੇ ਅਗਰੀ ਵਿਖਾਈ, ਲੱਟ ਲੱਟ ਕਰਕੇ ਚਿਖਾ ਬਲੀ। ਗੁਰੂ ਘਰ ਦੇ ਪ੍ਰੇਮੀ ਚਿਖਾ ਵਾਲੇ ਪਾਸੇ ਨੂੰ ਦੌੜੇ। ਮੁਸਨ ਫਾਨੀ ਨੇ ਅੱਖੀਂ ਵੇਖੀ ਘਟਨਾ ਲਿਖੀ ਹੈ ਕਿ ਰਾਜਾ ਰਾਮ ਪ੍ਰਤਾਪ ਸਿੰਘ ਨੇ ਬਲਦੀ ਹੋਈ ਚਿਖਾ ਵਿੱਚ ਛਾਲ ਮਾਰ ਦਿੱਤੀ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਨੂੰ ਲਿਪਟ ਗਿਆ। ਇੱਕ ਵਾਰੀ ਵੀ ਉਹਨੇ ਹਾਏ ਨਹੀਂ ਆਖੀ, ਸਿਰ ਤਾਂ ਨਹੀਂ ਚੁੱਕਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ 'ਚ ਲਿਪਟਿਆ ਹੋਇਆ ਰਾਜਾ ਰਾਮ ਪ੍ਰਤਾਪ ਸਿੰਘ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਆਪਣਾ ਸਿਦਕ, ਆਪਣਾ ਪਿਆਰ ਜਿਹੜਾ ਸੀ ਨਿਭਾ ਗਿਆ। ਹੋਰ ਬੜੇ ਪਿਆਰੇ ਚਿਖਾ ਵਾਲੇ ਪਾਸੇ ਦੌੜੇ। ਇੰਨਾ ਪਿਆਰ ਸੀ ਸਿੱਖਾਂ ਨਾਲ ਜਿਵੇਂ ਪਤੰਗਾ ਸ਼ਮਾ ਬਲਦੀ ਵੇਖ ਕੇ ਰਹਿ ਨਹੀਂ ਸਕਦਾ। ਇਸੇ ਤਰ੍ਹਾਂ ਪਿਆਰੇ ਸਤਿਗੁਰੂ ਦੀ ਬਲਦੀ ਹੋਈ ਚਿਖਾ ਵੇਖ ਕਰਕੇ ਸਿੱਖਾਂ ਦੇ ਹਿਰਦੇ ਜਿਹੜੇ ਸਨ ਬੇਬਲ ਹੋਏ। ਸਾਹਿਬ ਗੁਰੂ ਹਰਿ ਰਾਇ ਪਾਤਸ਼ਾਹ ਨੇ ਬੜੀ ਸਖਤੀ ਦੇ ਨਾਲ ਸਿੱਖਾਂ ਨੂੰ ਵਰਜਿਆ ਕਿ ਪਿਆਰੇ ਸਤਿਗੁਰੂ ਦੀ ਯਾਦ ਵਿੱਚ ਗੁਰੂ ਦਾ ਭਾਣਾ ਮੰਨਣਾ ਹੀ ਵੱਡੀ ਗੁਰੂ ਦੀ ਖੁਸ਼ੀ ਹੋਵੇ ਕਿ ਸਿੱਖੋ ਭਾਣਾ ਮੰਨੋ। ਇਹ ਵਿਛੋੜਾ ਭਾਵੇਂ ਅਸਹਿ ਹੈ। ਸੰਸਾਰ ਦੇ ਦੁੱਖਾਂ ਵਿੱਚੋਂ ਸਭ ਤੋਂ ਵੱਡਾ ਦੁੱਖ ਹੈ ਪਿਆਰੇ ਦਾ ਸੰਸਾਰ ਤੋਂ ਤੁਰ ਜਾਣਾ, ਵਿਛੋੜਾ ਹੋ ਜਾਣਾ। ਇਹ ਸਿੱਖ ਹੀ ਜਾਣਦੇ ਸਨ ਕਿ ਸਮਾਂ ਉਹਨਾਂ ਨੇ ਕਿਵੇਂ ਲੰਘਾਇਆ। ਫਿਰ ਸਤਿਗੁਰੂ ਪਾਤਸ਼ਾਹ ਦੀ ਉਮਰ ਜ਼ਿਆਦੀ ਨਹੀਂ, 48 ਸਾਲ 8 ਮਹੀਨੇ ਤੇ 15 ਦਿਨ ਦੀ ਸਾਰੀ ਉਮਰ ਸੀ, ਜਿਸ ਵਿੱਚੋਂ 37 ਸਾਲ 10 ਮਹੀਨੇ ਤੇ 7 ਦਿਨ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਿੰਘਾਸਨ 'ਤੇ ਸੱਜ ਕਰਕੇ ਦੂਰ ਦੂਰ ਤੱਕ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ। ਨਾਨਕ ਮਤੇ ਦੀ ਧਰਤੀ ਤੱਕ ਬਿਖੜਾ ਪੈਂਡਾ ਲੰਘ ਕਰਕੇ ਕਸ਼ਮੀਰ ਵਿੱਚ ਸ਼੍ਰੀਨਗਰ ਪਹੁੰਚੇ, ਜਿੱਥੇ ਮਾਤਾ ਭਾਗ ਭਰੀ ਨੂੰ ਨਿਹਾਲ ਕੀਤਾ। ਭਾਈ ਕੱਟੂ ਵਰਗੇ ਗੁਰਸਿੱਖਾਂ ਦੀ ਸ਼ਰਧਾ ਪੂਰੀ ਕੀਤੀ। ਬੇਅੰਤ ਮੁਸਲਮਾਨ ਲੋਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲੋਂ ਬਖਸ਼ਿਸ਼ਾਂ ਲੈ ਕੇ ਸਿੱਖੀ ਦੇ ਮੰਡਲ ਵਿੱਚ ਪ੍ਰਵੇਸ਼ ਹੋਏ। ਉੱਚੀਆਂ ਰੂਹਾਨੀਅਤ ਭਰੀਆਂ ਅਵਸਥਾ ਨੂੰ ਉਹਨਾਂ ਨੇ ਮਾਣਿਆ। ਆਤਮਿਕ ਮੰਡਲਾਂ ਦੇ ਵਾਸੀ ਬਣੇ। ਐਸੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਅੱਜ ਜੋਤੀ ਜੋਤ ਦਿਵਸ ਹੈ, ਸਤਿਗੁਰੂ ਪਾਤਸ਼ਾਹ ਦੇ ਚੋਜਾਂ ਨੂੰ, ਪਰਉਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਕੋਟਾਨ ਕੋਟ ਵਾਰੀ ਨਮਸਕਾਰ ਹੈ। ਐਸੇ ਸਤਿਗੁਰੂ ਦੇ ਜੀਵਨ ਤੋਂ, ਉਹਨਾਂ ਦੇ ਪਰਉਪਕਾਰਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ, ਜੋ ਹਰ ਵਾਸਤੇ ਸਾਹਿਬਾਂ ਦਾ ਜੀਵਨ ਸੁਖਦਾਈ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇਤਿਹਾਸ ਭਾਈ ਸੰਤੋਖ ਸਿੰਘ ਜੀ ਸੁਣਾ ਰਹੇ ਨੇ ਕਿ ਲਾਗੀ ਆਏ ਨੇ ਚੰਦੂ ਦੇ ਇਕੱਲੇ ਹੋਏ, ਥਾਵਾਂ ਪਰ ਥਾਵਾਂ ਤੇ ਫਿਰਦੇ ਭੜਕਦੇ। ਅਖੀਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਦਰਸ਼ਨ ਕੀਤੇ, ਮਨ ਨੂੰ ਸ਼ਾਂਤੀ ਆ ਗਈ, ਮਨ ਟਿਕਾ ਵਿੱਚ ਹੋਇਆ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦੀਦਾਰ ਕੀਤੇ। ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੱਜੇ ਕੀਰਤਨ ਸਰਵਣ ਕਰ ਰਹੇ ਹਨ। ਛੋਟੀ ਅਜਿਹੀ ਅਵਸਥਾ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆ ਗਏ। ਸੋ ਸਾਰੀਆਂ ਸਿੱਖ ਸੰਗਤਾਂ ਨੇ ਬੜਾ ਅਦਬ ਸਤਿਕਾਰ ਕੀਤਾ ਹੈ। ਲਾਗੀ ਜਿਹੜੇ ਉਹ ਸਾਰੀ ਗੱਲਬਾਤ ਪਹਿਲਾਂ ਸੰਗਤ ਕੋਲੋਂ ਪੁੱਛੀ ਹੈ, ਸਤਿਗੁਰੂ ਪਾਤਸ਼ਾਹ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇਹ ਕਹਿ ਕੇ ਕਿ ਅਸੀਂ ਚੰਦੂ ਨਾਲ ਗੱਲਬਾਤ ਕਰਕੇ ਵਾਪਸ ਆ ਕੇ ਸਾਰੀ ਜੋ ਸ਼ਗਨ ਦੀ, ਸਗਾਈ ਦੀ, ਮੰਗਣੀ ਦੀ ਰਸਮ ਹੈ ਕਰਨੀ ਕਰਾਂਗੇ। ਵਾਪਸ ਦਿੱਲੀ ਨੂੰ ਚਾਲਾ ਪਾ ਗਏ ਹਨ। ਦਿੱਲੀ ਪਹੁੰਚ ਕੇ ਉਹਨਾਂ ਨੇ ਚੰਦੂ ਨੂੰ ਸਾਰੀ ਗੱਲਬਾਤ ਜਿਵੇਂ ਦੱਸੀ, ਤੇ ਦੁਸ਼ਟ ਸੁਭਾਅ ਵਾਲੇ ਹੰਕਾਰੀ ਚੰਦੂ ਨੇ ਜਿਵੇਂ ਸਤਿਗੁਰੂ ਪਾਤਸ਼ਾਹ ਦੇ ਘਰ ਦੀ ਨਿੰਦਾ ਕੀਤੀ, ਤਰਕਾਂ ਤੇ ਕੁਤਰਕਾਂ ਕਰਕੇ ਗੁਰੂ ਘਰ ਨੂੰ ਨੀਵਾਂ ਵਿਖਾਉਣ ਦਾ ਯਤਨ ਕੀਤਾ। ਦਿੱਲੀ ਦੀਆਂ ਸਿੱਖ ਸੰਗਤਾਂ ਨੇ ਚਿੱਠੀ ਪਾਈ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਮਹਾਰਾਜ, ਇਹੋ ਜਿਹੇ ਦੁਸ਼ਟ ਬੰਦੇ ਨੂੰ ਉਹਦੇ ਨਾਲ ਨਾਤਾ ਨਹੀਂ ਜੋੜਨਾ ਚਾਹੀਦਾ, ਉਸ ਨਾਲ ਸੰਬੰਧ ਨਹੀਂ ਬਣਾਉਣਾ ਚਾਹੀਦਾ ਜਿਹੜਾ ਦੁਸ਼ਟ ਸੁਭਾਅ ਵਾਲਾ ਸਤਿਗੁਰੂ ਦੀ ਨਿੰਦਾ ਕਰਦਾ ਹੈ। ਸੋ ਇਹ ਪ੍ਰਸੰਗ ਭਾਈ ਸਾਹਿਬ ਜੀ ਜਿਵੇਂ ਸੁਣਾ ਰਹੇ ਨੇ, ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਦਿਜ ਕਮਨਿਓ ਦਿੱਲੀ ਦਿਸ਼ਾ, ਸਨੈ ਸਨੈ ਮਗ ਜਾਏ। ਦਿੱਜ ਕਹਿੰਦੇ ਬਾਹਮਣ ਨੂੰ, ਉਹ ਬਾਹਮਣ ਜਿਹੜਾ ਪੰਡਤ ਸੀ ਦਿੱਲੀ ਦੀ ਤਰਫ ਨੂੰ ਚਲਿਆ ਗਿਆ। ਸਹਿਜੇ ਸਹਿਜੇ ਮਗ ਰਸਤੇ ਤੇ ਤੁਰਿਆ ਜਾਂਦਾ ਹੈ। ਪਹੁੰਚੇ ਚੰਦੂ ਕੇ ਸਦਨ, ਆਸ਼ਿਕ ਦੇਈ ਵਧਾਏ। ਚਲਦੇ ਹੋਏ ਸਮੇਤ ਬਾਹਮਣ ਦੇ ਨਾਈ ਲਾਗੀਆਂ ਦੇ ਹੋਰ ਸੇਵਾਦਾਰਾਂ ਦੇ ਚੰਦੂ ਦੇ ਘਰ ਜਾ ਪਹੁੰਚੇ। ਤੇ ਬਾਹਮਣ ਦਾ ਜਿਵੇਂ ਸੁਭਾਅ ਹੁੰਦਾ, ਅਸੀਸ ਦੇਣੀ ਨੇ, ਜਾਂਦਿਆਂ ਹੀ ਅਸੀਸ ਦਿੱਤੀ। ਕੀ ਆਖਿਆ? ਆਸ਼ਿਕ ਦੇਈ ਵਧਾਏ। ਚੰਦੂ ਤੁਹਾਨੂੰ ਵਧਾਈ ਹੋਵੇ, ਤੁਸੀਂ ਵਧ ਨਾ ਕਰੋ, ਤੁਹਾਨੂੰ ਖੁਸ਼ੀ ਹੋਵੇ। ਇਸ ਤਰ੍ਹਾਂ ਨੇ ਆਸ਼ਿਕ ਅਸੀਸ ਦਿੱਤੀ। ਸਵਈਆ ਛੰਦ ਬੈਠ ਸਮੀਪ, ਸੁਨਾਵਨ ਕੀਨਸ ਵਿਚਰੇ ਜਹ ਕਹਿ ਪੁਰ ਸਮੁਦਾਏ। ਚੰਦੂ ਦੇ ਸਮੀਪ ਹੁੰਦਾ, ਕੋਲ ਨੇੜੇ ਬੈਠ ਕੇ ਨੇ ਸਾਰੀ ਵਿਥਿਆ ਸੁਣਾਏ ਕਿ ਅਸੀਂ ਵੀ ਸਾਰੇ ਨਗਰਾਂ ਸ਼ਹਿਰਾਂ ਪਿੰਡਾਂ 'ਚ ਜਿੱਥੇ ਕਿੱਥੇ ਫਿਰਦੇ ਰਹੇ ਹਾਂ। ਨਹਿ ਪਾਇਓ ਸੰਵੰਦ ਕਿਸੀ ਤਲ, ਲਵਪੁਰ ਤੇ ਸੁਧ ਕੋ ਪੁਨ ਪਾਏ। ਪਰ ਤੁਹਾਡੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਸਾਨੂੰ ਕੋਈ ਥਾਂ ਨਹੀਂ ਮਿਲੀ। ਇੱਥੋਂ ਤੱਕ ਕਿ ਲਾਹੌਰ ਤੱਕ ਵੀ ਗਏ, ਲਾਹੌਰੋਂ ਫਿਰ ਸਾਨੂੰ ਸੁਧ ਖਬਰ ਮਿਲੀ। ਲਾਹੌਰੋਂ ਖਬਰ ਪਾ ਕਰਕੇ ਲਿਖਿਓ ਪਹੁੰਚ ਕੇ ਭਲੋ ਠਿਕਾਨੋ, ਸੋਢੀ ਬੰਸ ਬਿਦਤ ਸਭ ਥਾਈ। ਲਾਹੌਰੋਂ ਪਤਾ ਲੱਗਾ ਕਿ ਜਿਹੋ ਜਿਹਾ ਵਰ ਤੁਸੀਂ ਲੱਭਦੇ ਹੋ, ਉਹੋ ਜਿਹਾ ਵਰ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਕਾ ਲਾਲ ਸਾਹਿਬਜ਼ਾਦਾ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਹਨ। ਕਹਿੰਦੇ ਜਦੋਂ ਪਹੁੰਚ ਕੇ ਵੇਖਿਆ ਭਲੋ ਟਿਕਾਣੋ, ਟਿਕਾਣਾ ਬੜਾ ਚੰਗਾ ਸੀ। ਸੋਢੀ ਬੰਸ ਬਿਦਤ ਸਭ ਥਾਏ। ਬਿਦਤ ਹੁੰਦਾ ਪ੍ਰਗਟ ਪ੍ਰਸਿੱਧ, ਜੋ ਸਾਰੇ ਥਾਵੇਂ ਤੇ ਸੋਢੀਆਂ ਦਾ ਵੰਸ਼ ਪ੍ਰਸਿੱਧ ਹੈ ਸੰਸਾਰ ਅੰਦਰ। ਸ਼੍ਰੀ ਰਘੁਵਰ ਕੀ ਕੁਲ ਅਕਲੰਕ, ਜੋ ਜਗਤ ਪੂਜ ਅਬ ਗੁਰ ਸੁਖਦਾਈ। ਤੇ ਸ਼੍ਰੀ ਰਘੁਵਰ ਕਹਿੰਦੇ ਨੇ, ਰਘੂ ਇੱਕ ਰਾਜਾ ਹੋਇਆ, ਉਸ ਰਾਜੇ ਦੀ ਕੁਲ ਚੋਂ ਬਾਰ ਸ੍ਰੇਸ਼ਟ ਹੋਏ ਸ਼੍ਰੀ ਰਾਮ ਚੰਦਰ ਜੀ। ਖੱਤਰੀਆਂ ਦੇ ਦੋ ਘਰਾਣੇ ਚੱਲਦੇ ਨੇ, ਇੱਕ ਸੂਰਜਵੰਸ਼ੀ, ਇੱਕ ਚੰਦਰਵੰਸ਼ੀ। ਜਿਹੜੇ ਚੰਦਰਵੰਸ਼ੀ ਹਨ ਉਹਨਾਂ ਵਿੱਚ ਸ਼੍ਰੀ ਕ੍ਰਿਸ਼ਨ ਜੀ ਪ੍ਰਗਟ ਹੋਏ ਹਨ, ਤੇ ਜਿਹੜੇ ਸੂਰਜਵੰਸ਼ੀ ਹਨ ਉਹਨਾਂ ਸੂਰਜਵੰਸ਼ੀਆਂ ਦੇ ਵਿੱਚੋਂ ਰਾਜਾ ਰਘੁਵਰ ਹੋਇਆ, ਜਿਹਦੀ ਕੁੱਲ ਵਿੱਚ ਅੱਗੇ ਸ਼੍ਰੀ ਰਾਮ ਚੰਦਰ ਜੀ ਪੈਦਾ ਹੋਏ, ਜਿਸ ਕਰਕੇ ਸ਼੍ਰੀ ਰਾਮ ਚੰਦਰ ਨੂੰ ਵੀ ਰਘੁਵਰ ਕਿਹਾ ਜਾਂਦਾ ਹੈ। ਰਘੁਵਰ ਨਾਮ ਸ਼੍ਰੀ ਰਾਮ ਚੰਦਰ ਦੇ ਵੱਡ ਵਡੇਰੇ ਬਜ਼ੁਰਗਾਂ ਦਾ ਹੈ, ਰਾਜੇ ਦਾ ਸੀ।
ਸੋ ਸ਼੍ਰੀ ਰਾਮਚੰਦਰ ਜੀ ਦੀ ਕੁਲ ਦੇ ਵਿੱਚੋਂ ਹੀ ਕਹਿੰਦੇ ਇਹ ਸੋਢ ਕੁਲ ਮੰਨਿਆ ਜਾਂਦਾ ਹੈ। ਜਗਤ ਵਿੱਚ ਪੂਜਾ ਦੇ ਯੋਗ ਹੈ ਅਬ ਗੁਰ ਸੁਖਦਾਏ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਵਿੱਚ ਸੁੱਖਾਂ ਦੇ ਦਾਤੇ ਹਨ। ਗੁਰੂ ਅਰਜਨ ਦੇ ਪਾਤਸ਼ਾਹ ਗੁਰੂ ਹਨ। ਕੁਲ ਆਛੀ ਧਨ ਗਨ ਬਰ ਸੁੰਦਰ ਤੋਹੇ ਕਹਿਓ ਜਸ ਦੇਖਿਓ ਜਾਏ। ਇਹਨੇ ਆਖਿਆ ਕਿ ਕੁਲ ਬੜੀ ਅੱਛੀ ਚੰਗੀ ਹੈ, ਧਨ ਵੀ ਅਣਗਿਣਤ ਹੈ, ਵਰ ਵੀ ਬੜਾ ਸੁੰਦਰ। ਜਿਹੋ ਜਿਹਾ ਤੂੰ ਕਿਹਾ ਸੀ ਨਾ ਸੀ ਉਹੋ ਜਿਹਾ ਹੀ ਜਾ ਕੇ ਸਭ ਕੁਝ ਵੇਖਿਆ ਹੈ। ਤਵ ਤਨ ਜਾ ਕੇ ਭਾਗ ਬੜੇ ਲਖ ਬਨੇ ਪੂਜੈ ਜਗ ਮਾਤ ਕਹਾਏ। ਤੇਰੀ ਤਨੁਜਾ ਜਿਹੜੀ ਬੇਟੀ ਪੁੱਤਰੀ ਹੈ ਨਾ, ਮੈਂ ਸਮਝਦਾ ਹਾਂ ਉਹਦੇ ਬੜੇ ਵੱਡੇ ਭਾਗ ਨੇ। ਸੰਸਾਰ ਵਿੱਚ ਉਹ ਜਗਤ ਮਾਤਾ ਬਣ ਕੇ ਪੂਜਾ ਦੇ ਯੋਗ ਹੋਵੇਗੀ। ਜਗ ਮਾਤ ਕਹਾਏ, ਜਗਤ ਮਾਤਾ ਖਵਾਵੇਗੀ। ਜੇਕਰ ਗੁਰੂ ਪਾਤਸ਼ਾਹ ਦੀ ਧਰਮ ਸੁਪਤਨੀ ਬਣ ਜਾਂਦੀ ਹੈ ਉਹ ਜਗਤ ਮਾਤਾ ਬਣੇਗੀ, ਸੰਸਾਰ ਵਿੱਚ ਪੂਜਾ ਦੇ ਯੋਗ ਹੋਵੇਗੀ। ਸੋ ਘਰ ਊਨ ਨ ਕਿਸਹੂ ਬਿਦ ਕਰ ਹਮ ਤੋ ਹੀਰ ਰਹੇ ਹਰ ਖਾਏ। ਉਹ ਜਿਹੜਾ ਘਰ ਮੈਂ ਵੇਖ ਕੇ ਆਇਆ ਨਾ ਗੁਰੂ ਕਿਆਂ ਦਾ ਘਰ, ਉਸ ਘਰ 'ਚ ਕੋਈ ਊਨ ਤਾਈ, ਕੋਈ ਘਾਟ, ਕੋਈ ਟੋਟ ਕਮੀ ਨਹੀਂ ਹੈ। ਮੈਂ ਵੇਖਿਆ ਵੇਖ ਕਰਕੇ ਰਹੇ ਹਰ ਖਾਏ। ਮੇਰੇ ਸਮੇਤ ਸਾਰੇ ਬੜੇ ਖੁਸ਼ ਪ੍ਰਸੰਨ ਹੋਏ। ਇਤ ਤੂੰ ਵੱਡੋ ਦੀਵਾਨ ਸ਼ਾਹ ਕੋ ਉਤ ਜਗ ਗੁਰ ਜਿਮ ਚਹਿ ਬਨਾਏ। ਇੱਧਰ ਤੂੰ ਵੱਡਾ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ, ਉਧਰ ਗੁਰੂ ਨਾਨਕ ਦੇ ਪਾਤਸ਼ਾਹ ਦੀ ਗੱਦੀ ਉਹ ਜਗਤ ਦੇ ਗੁਰੂ ਜਿਮ ਚਾਹੇ ਬਣਾਏ। ਜਿਵੇਂ ਤੂੰ ਚਾਹੁੰਦਾ ਹਾਂ ਉਹੋ ਜਿਹਾ ਬਣਾ ਬਣ ਗਿਆ ਹੈ, ਉਹੋ ਜਿਹਾ ਹੀ ਰਿਸ਼ਤਾ ਮਿਲ ਗਿਆ ਹੈ। ਤਿਨ ਬਿਨ ਅਪਰ ਖੋਜ ਹਮ ਥਾਕੇ ਨਹਿ ਪਾਇਓ ਵਿਚਰੇ ਬਹੁ ਦੇਸ਼। ਉਹਨਾਂ ਤੋਂ ਬਿਨਾਂ ਅਸੀਂ ਬੜੇ ਥਾਵਾਂ ਤੇ ਖੋਜਦੇ ਭਾਲਦੇ ਲੱਭਦੇ ਥੱਕ ਗਏ। ਕਈ ਦੇਸ਼ਾਂ ਇਲਾਕਿਆਂ ਵਿੱਚ ਵਿਚਰੇ ਪਰ ਸਾਨੂੰ ਉਹੋ ਜਿਹਾ ਵਰ ਕਿਤਿਓਂ ਨਾ ਲੱਭਾ। ਸ਼੍ਰੀ ਨਾਨਕ ਗਾਦੀ ਪਰ ਥਿਤ ਹੈ ਸ਼੍ਰੀ ਅਰਜਨ ਗੁਰ ਨਾਮ ਕਹੇ। ਸ਼੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੇ ਥਿਤ ਟਿਕੇ ਹੋਏ ਇਸਤਤ ਹਨ, ਬਿਰਾਜਮਾਨ ਹਨ, ਜਿਨ੍ਹਾਂ ਦਾ ਨਾਮ ਸ਼੍ਰੀ ਗੁਰੂ ਅਰਜਨ ਦੇ ਪਾਤਸ਼ਾਹ ਕਿਹਾ ਜਾਂਦਾ ਹੈ। ਮਹਾ ਪ੍ਰਤਾਪ ਪੂਜਤੇ ਚੌਂਦੇ ਦਰਬ ਵਿਭੂਖਨ ਚੜੈ ਵਿਸ਼ੇਸ਼। ਉਹਨਾਂ ਦਾ ਮਹਾ ਪ੍ਰਤਾਪ, ਭਾਰੀ ਪ੍ਰਤਾਪ, ਚੌਵਾਂ ਦਿਸ਼ਾਵਾਂ ਦੇ ਸਿੱਖ ਸੰਗਤਾਂ ਪ੍ਰੇਮੀ ਉਹਨਾਂ ਨੂੰ ਪੂਜਦੇ ਨੇ ਤੇ ਦਰਬ ਧਨ ਵਿਭੂਖਨ ਗਹਿਣੇ ਉਹਨਾਂ ਦੇ ਅੱਗੇ ਬਹੁਤ ਚੜਾਵਾ ਚੜ੍ਹਦੇ ਹਨ। ਪੀਰ ਹਜ਼ਾਰਨ ਲੋਕਨ ਕੀਰੈ ਕਰੈ ਨਮੋ ਧਰ ਭਾਉ ਅਸ਼ੀਸ਼। ਹਜ਼ਾਰਾਂ ਲੋਕਾਂ ਦੀ ਉੱਥੇ ਭੀੜ ਲੱਗੀ ਰਹਿੰਦੀ ਹੈ ਤੇ ਬੜਾ ਵਿਸ਼ੇਸ਼ ਭਾਉ ਪ੍ਰੇਮ ਧਾਰਨ ਕਰਕੇ ਲੋਕ ਉਹਨਾਂ ਨੂੰ ਨਮਸਕਾਰਾਂ ਕਰਦੇ ਹਨ। ਵਰ ਕੀ ਸੂਰਤ ਸੁੰਦਰ ਅਤਿਸ਼ੈ ਮਨੋ ਕ੍ਰਿਸ਼ਨ ਕੇ ਇਹ ਅਵਤਾਰ। ਤੁਸੀਂ ਧਨ ਦੀ ਕੁਲ ਦੀ ਗੱਲ ਛੱਡੋ, ਜਿਹੜਾ ਵਰ ਵੇਖਿਆ ਨਾ ਅਸੀਂ ਤਾਂ ਵੇਖ ਕੇ ਹੈਰਾਨ ਰਹਿ ਗਏ। ਸੰਤ ਆਪਣਾ ਆਪਾ ਭੁੱਲ ਗਿਆ। ਵਰ ਕੀ ਸੂਰਤ ਸੁੰਦਰ ਅਤਿਸ਼ੈ। ਅਤਿਸ਼ੈ ਕਹਿੰਦੇ ਨੇ ਜਦੋਂ ਕੋਈ ਪ੍ਰਮਾਣ ਨਾ ਦਿੱਤਾ ਜਾ ਸਕੇ, ਕੋਈ ਉਦਾਹਰਨ ਹੀ ਨਾ ਦੇ ਦਿੱਤੀ ਜਾ ਸਕੇ ਸੁੰਦਰਤਾ ਦੀ, ਅਤਿਸ਼ੈ ਕਰਕੇ ਬਹੁਤ ਜ਼ਿਆਦਾ ਕਰਕੇ ਉਹ ਜਿਹੜਾ ਵਰ ਹੈ ਨਾ ਬੜੀ ਸੋਹਣੀ ਸੂਰਤ ਵਾਲਾ, ਸੁੰਦਰ ਸੂਰਤ ਵਾਲਾ। ਮੈਨੂੰ ਤਾਂ ਇਉਂ ਜਾਪਿਆ ਮਨੋ ਕ੍ਰਿਸ਼ਨ ਕੇ ਇਹ ਅਵਤਾਰ ਇਹ ਕ੍ਰਿਸ਼ਨ ਜੀ ਦੇ ਹੀ ਅਵਤਾਰ ਹਨ, ਕਿਉਂਕਿ ਬ੍ਰਾਹਮਣ ਸੀ ਤੇ ਬ੍ਰਾਹਮਣ ਦੇ ਵਾਸਤੇ ਸਭ ਤੋਂ ਵੱਡੀ ਉਪਮਾ ਜਿਹੜੀ ਸੀ ਨਾ ਉਹਦੇ ਨਿਸ਼ਚੇ ਵਿੱਚ ਉਹ ਕ੍ਰਿਸ਼ਨ ਜੀ ਦੀ ਸੀ, ਕਿਉਂਕਿ ਕ੍ਰਿਸ਼ਨ ਜੀ ਬੜੇ ਸੋਹਣੇ ਹਨ, ਬੜੇ ਸੁੰਦਰ ਮੰਨੇ ਹਨ। ਭਾਵੇਂ ਕਿ ਰੰਗ ਸੌਲਾ ਪਰ ਨੈਣ ਨਕਸ਼ ਜਿਹੜੇ ਉਹਨਾਂ ਕਰਕੇ ਸੁੰਦਰਤਾ ਬੜੀ ਭਾਰੀ ਹੈ। ਤੇ ਪੰਡਤ ਨੇ ਜਿਵੇਂ ਪੜ੍ਹਿਆ ਵਿਚਾਰਿਆ ਸੀ, ਕਹਿਣ ਲੱਗਾ ਇਉਂ ਜਾਪਦਾ ਜਿਵੇਂ ਸ਼੍ਰੀ ਕ੍ਰਿਸ਼ਨ ਦਾ ਹੀ ਸਰੂਪ ਹਨ। ਅਪਰ ਵਿਖੈ ਦੁੱਤ ਐਸੀ ਹੋਏ ਨਾ ਜਿਨੋ ਹੀਰ ਮੋਹਤ ਨਰ ਨਾਰ। ਮੈਂ ਤਾਂ ਨਿਰਣਾ ਕਰ ਲਿਆ ਕਿ ਉਹ ਤਾਂ ਕ੍ਰਿਸ਼ਨ ਦਾ ਹੀ ਅਵਤਾਰ ਹਨ। ਅਪਰ ਵਿਖੇ ਉਹਨਾਂ ਤੋਂ ਬਿਨਾਂ ਹੋਰ ਕਿਸੇ ਵਿੱਚ ਇਹੋ ਜਿਹੀ ਜਿਹੜੀ ਦੁੱਤ ਸ਼ੋਭਾ ਸੁੰਦਰਤਾ ਵਡਿਆਈ ਨਹੀਂ ਹੋ ਸਕਦੀ, ਜਿਨ੍ਹਾਂ ਨੂੰ ਵੇਖ ਕਰਕੇ ਬੰਦਾ ਮੋਹਤ ਹੋ ਜਾਂਦਾ ਹੈ। ਹੇਰ ਮੋਹਤ ਨਰ ਨਾਰ, ਕੀ ਮਰਦ ਕੀ ਇਸਤਰੀਆਂ
ਜਿਹੜੇ ਇੱਕ ਵਾਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦੀਦਾਰ ਕਰ ਲੈਂਦੇ ਉਹਨਾਂ ਨੂੰ ਹੋਰ ਕੋਈ ਵੇਖਣ ਨੂੰ ਜੀ ਨਹੀਂ ਕਰਦਾ, ਉਹ ਮੋਹਿਤ ਹੋ ਜਾਂਦੇ ਹਨ। ਆ ਸਾਰਾ ਕੁਛ ਉਹਨਾਂ ਨੂੰ ਭੁੱਲ ਜਾਂਦਾ ਹੈ। ਦੇਖਤ ਰਹੇ ਖਰੇ ਇੱਕ ਟਕ ਸੋ ਬੰਧਨ ਕਰ ਹੋਵਤ ਬਲਿਹਾਰ। ਤੇ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜੀਵ ਦਰਸ਼ਨ ਕਰਦੇ ਨੇ ਉਹ ਇੱਕ ਟਕ ਐਨ ਲਗਾਤਾਰ ਬਿਰਤੀ ਧਿਆਨ ਟਿਕਾ ਕੇ ਵੇਖੀ ਜਾਂਦੇ ਉਹਨਾਂ ਦੇ ਮੁਖੜੇ ਵੱਲ, ਅੱਖਾਂ ਤੱਕ ਨਹੀਂ ਝਮਕਦੇ, ਬੰਦਨਾ ਕਰਕੇ ਮੱਥਾ ਟੇਕਦੇ, ਸਾਰੇ ਬਲਿਹਾਰ ਸਦਕੇ ਕੁਰਬਾਨ ਜਾਂਦੇ ਹਨ। बीच सवा उडगन मह दीपत चंद अमंद बिलंद उदार। ਆਖਣ ਲੱਗੇ ਕਿ ਜਿਵੇਂ ਸਭਾ ਦੇ ਵਿੱਚ ਉਡਗਣ ਕਹਿੰਦੇ ਨੇ ਤਾਰਿਆਂ ਨੂੰ, ਸਿੱਖਾਂ ਰੂਪੀ ਤਾਰਿਆਂ ਦੀ ਸਭਾ ਦੇ ਵਿੱਚ ਦੀਪਤ ਕਹਿੰਦੇ ਨੇ ਚੰਦਰਮਾ ਨੂੰ। ਦੀਪਤ ਚੰਦ ਅਮੰਦ ਬਿਲਾਂਦੇ ਉਦਾਰ। ਗੁਰੂ ਹਰਗੋਬਿੰਦ ਪਾਤਸ਼ਾਹ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ, ਉਹ ਵੀ ਕੱਤਕ ਮਹੀਨੇ ਦੀ ਪੂਰਨਮਾਸ਼ੀ ਦਾ ਚੰਦਰਮਾ ਜਿਹੜਾ ਆਕਾਰ ਵਿੱਚ ਵੱਡਾ ਹੁੰਦਾ ਤੇ ਰੌਸ਼ਨੀ ਕਰਕੇ ਵੀ ਵੱਡਾ ਹੁੰਦਾ। ਕੱਤਕ ਮਹੀਨੇ ਦੀ ਪੂਰਨਮਾਸ਼ੀ ਦੀ ਰਾਤ ਜਿਹੜੀ ਉਹ ਜ਼ਿਆਦਾ ਚਮਕੀਲੀ ਹੁੰਦੀ ਹੈ, ਚੰਦਰਮਾ ਉਸ ਦਿਨ ਜ਼ਿਆਦਾ ਵੱਡਾ ਹੁੰਦਾ ਹੈ ਆਮ ਪੂਰਨਮਾਸ਼ੀ ਦੀ ਰਾਤ ਨਾਲੋਂ। ਕਹਿੰਦੇ ਇਸ ਤਰ੍ਹਾਂ ਉਹ ਪੂਰਨਮਾਸ਼ੀ ਦੇ ਚੰਦਰਮਾ ਨੂੰ ਵੀ ਮੰਦ ਪਾ ਦੇਣ ਵਾਲੇ ਉਹਦੀ ਵੀ ਚਾਨਣੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਪ੍ਰਭਤਾ ਦੇ ਸਾਹਮਣੇ ਫਿੱਕੀ ਪੈ ਜਾਂਦੀ ਹੈ। ਦੋਹਰਾ ਨਵ ਸੰਮਤ ਕੀ ਬੈਸ ਹੈ ਸਜੈ ਵਿਭੂਖਨ ਬ੍ਰਿੰਦ। ਤੇ ਜਿਸ ਵਾਰ ਦੀ ਗੱਲ ਮੈਂ ਕਰ ਰਿਹਾ ਹਾਂ ਉਸ ਵਾਰ ਦੀ ਉਮਰ ਅਜੇ 9 ਸਾਲ ਦੀ ਹੈ। 9 ਸਾਲ ਦੀ ਉਮਰ ਸੀ ਜਦੋਂ ਇਹ ਲਾਗੀ ਲੋਕ ਆਏ ਸਨ ਤੇ ਇੱਧਰੋਂ ਨਾ ਹੋਈ ਚੰਦੂ ਦੇ ਰਿਸ਼ਤੇ ਨੂੰ, ਉੱਧਰੋਂ ਉੱਠ ਕੇ ਭਾਈ ਨਰਾਇਣ ਦਾਸ ਹੋਰ ਸਿੱਖਾਂ ਬੇਨਤੀ ਕਰ ਦਿੱਤੀ ਸੀ। ਇੱਕ ਰਿਸ਼ਤੇ ਨੂੰ ਨਾ ਕਰ ਦਿੱਤੀ, 2 ਸਗਾਈਆਂ ਫਿਰ ਉਸੇ ਸਮੇਂ ਹੀ ਹੋ ਗਈਆਂ। ਸਿੱਖਾਂ ਦੀਆਂ ਪੁੱਤਰੀਆਂ ਦਾ, ਸਿੱਖਾਂ ਦੀਆਂ ਧੀਆਂ ਦਾ ਸਤਿਗੁਰੂ ਪਾਤਸ਼ਾਹ ਨੇ ਰਿਸ਼ਤਾ ਲਿਆ, ਪ੍ਰਵਾਨ ਕੀਤਾ। ਸੋ ਕਹਿਣ ਲੱਗਾ ਕਿ 9 ਸਾਲ ਦੀ ਉਮਰ ਹੈ ਸਾਹਿਬਜ਼ਾਦਾ ਜੀ ਦੀ। ਇਹ ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਵਾ ਕੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕੀਤਾ ਸਨ 1604 ਵਿੱਚ। ਇਹ ਉਸੇ ਸਾਲ ਦੀ ਗੱਲ ਹੈ ਜਦੋਂ ਇਹ ਸਗਾਈ ਦਾ ਸਮਾਂ ਜੋ ਭਾਈ ਸਾਹਿਬ ਨੇ ਇੱਥੇ ਵਰਣਨ ਕੀਤਾ ਹੈ। ਉਸ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਉਮਰ 9 ਸਾਲ ਦੀ ਸੀ ਸਨ 1604 ਵਿੱਚ। ਸੋ ਪਹਿਲੀਆਂ ਸਗਾਈਆਂ ਇਸੇ ਸਾਲ ਵਿੱਚ ਹੋਈਆਂ ਸਨ। ਦੱਸ ਰਿਹਾ ਹੈ ਉਹ ਲਾਗੇ ਉਹ ਪੰਡਤ ਬ੍ਰਾਹਮਣ ਕਿ ਨਵ ਸੰਮਤ ਕੀ ਬੈਸ ਹੈ, 9 ਸਾਲਾਂ ਦੀ ਬੈਸ ਕਹਿੰਦੇ ਉਮਰ ਨੂੰ। ਉਹਨਾਂ ਦੀ ਉਮਰ 9 ਸਾਲਾਂ ਦੀ ਹੈ। ਸਰੀਰ ਤੇ ਸਜੇ ਹੋਏ ਵਿਭੂਖਣ ਗਹਿਣੇ ਬੜੇ ਭਾਰੀ ਸ਼ੋਭਾ ਪਾਉਂਦੇ ਹਨ। ਸੁੰਦਰ ਦੀ ਸਰੀਰ ਸਿਸ ਬਾਰ ਸ਼੍ਰੀ ਹਰਿ ਗੋਬਿੰਦ। ਤੇ ਉਹਨਾਂ ਦਾ ਸਰੀਰ ਜਿਹੜਾ ਹੈ ਬੜਾ ਸੁੰਦਰ ਸੋਹਣਾ ਸੁਨੱਖਾ ਸਰੀਰ ਦੀ ਹੁੰਦੀ ਢੀਲ ਡੌਲ। ਸਰੀਰ ਦੀ ਢੀਲ ਡੌਲ ਜਿਹੜੀ ਉਹ ਬੜੀ ਤਕੜੀ ਉੱਚੇ ਲੰਮੇ ਕੱਦ ਵਾਲੇ ਸਿਸ ਬਾਰ ਬਾਲਕ ਅਵਸਥਾ ਹੈ ਪਰ ਸਰੀਰ ਲੰਮਾ ਹੈ। ਸਰੀਰ ਬਾਲਕਾਂ ਵਾਲਾ ਨਹੀਂ ਹੈ, ਉਮਰ ਬਾਲਕਾਂ ਵਾਲੀ ਹੈ ਪਰ ਸਰੀਰ ਦੀ ਢੀਲ ਡੌਲ ਬੜੀ ਤਗੜੀ। ਬਰ ਸ਼੍ਰੀ ਹਰਗੋਬਿੰਦ ਇਹੋ ਜਿਹੇ ਵਰ ਸ੍ਰੇਸ਼ਟ ਬਾਲਕ ਸਰੂਪ ਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਹਨ। ਸਵਈਆ ਛੰਦ ਸੁਨ ਦੀਵਾਨ ਜੀ ਭਾਗ ਆਪਨੇ ਜਗ ਮੋਹ ਸਭ ਤੇ ਧਨ ਨਿਹਾਰ। ਬਾਹਮਣ ਆਖਣ ਲੱਗਾ ਹੈ ਦੀਵਾਨ ਜੀ ਸੁਣੋ, ਸੰਸਾਰ ਦੇ ਚ ਆਪਣੇ ਭਾਗ ਜਿਹੜੇ ਨੇ ਕਰਮ ਸਭ ਤੇ ਧਨ ਨਿਹਾਰ, ਸਾਰਿਆਂ ਨਾਲੋਂ ਵੱਡੇ ਨਿਹਾਰ ਵੇਖਣਾ ਕਰੋ। ਤੁਸੀਂ ਵੇਖੋ ਕਿ ਤੁਹਾਡੇ ਭਾਗ ਸੰਸਾਰ ਵਿੱਚੋਂ ਸਾਰਿਆਂ ਨਾਲੋਂ ਵੱਡੇ ਹਨ। ਜਿਸ ਕੋ ਭਇਓ ਜਮਾਤਾ ਐਸੋ ਸੀਵੈ ਮਿਲ ਕੈ ਲੋਕ ਹਜ਼ਾਰ। ਜਿਹਨੂੰ ਇਹੋ ਜਿਹਾ ਜਮਾਤਾ ਜਵਾਈ ਮਿਲਿਆ, ਇਹੋ ਜਿਹਾ ਦਮਾਦ ਮਿਲਿਆ ਹੈ ਜਿਸ ਨੂੰ ਹਜ਼ਾਰਾਂ ਲੋਕ ਸੇਵਨਾ ਕਰਦੇ, ਸੇਵਾ ਕਰਦੇ, ਹਜ਼ਾਰਾਂ ਲੋਕ ਜਿਨ੍ਹਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਹਨ। ਸੁਦਾ ਸਰੋਵਰ ਮਹਿ ਹਰ ਮੰਦਰ
ਧਨ ਲਗਾਏ ਗਨ ਕੀਨ ਸਤਿਆਰ। ਫਿਰ ਉਹ ਅਸਥਾਨ ਸੁਧਾ ਸਰੋਵਰ ਅੰਮ੍ਰਿਤ ਸਰੋਵਰ ਸ੍ਰੀ ਹਰਿਮੰਦਰ ਸਾਹਿਬ ਜੀ ਸ਼ੋਭਾ ਪਾਉਂਦਾ ਹੈ, ਜਿੱਥੇ ਬਹੁਤ ਸਾਰਾ ਧਨ ਲਾ ਕੇ ਉਹ ਪਾਵਨ ਮਹਾਨ ਅਸਥਾਨ ਸਾਹਿਬਾਂ ਤਿਆਰ ਕਰਵਾਇਆ ਹੈ। ਇਸ ਮਹਿ ਬੈਠ ਸੁਹਾਵਤ ਨਿਤ ਪਰ ਚੌਂ ਦਿਸ਼ ਕੀ ਸੰਗਤ ਦੇ ਕਾਰ। ਉਸ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਬੈਠ ਕਰਕੇ ਨਿਤਾਂ ਪ੍ਰਤੀ ਬੜੀ ਭਾਰੀ ਸ਼ੋਭਾ ਪਾਉਂਦੇ ਨੇ, ਤੇ ਸਿੱਖ ਸੰਗਤਾਂ ਨਿਤਾਂ ਪ੍ਰਤੀ ਚੌਹਾਂ ਦਿਸ਼ਾਵਾਂ ਤੋਂ ਆ ਕੇ ਕਾਰ ਭੇਟਾ ਅਰਪਣ ਕਰਦੀਆਂ ਹਨ। हिन चंदो सुनत अनख को करके दर्ब जात को उर हंकार। ਚੰਦੂ ਜਿਹੜਾ ਸੀ ਨਾ, ਹੰਕਾਰੀ ਬੰਦੇ ਦੇ ਸਾਹਮਣੇ ਕਿਸੇ ਦੀ ਸਿਫਤ ਕੀਤੀ ਜਾਵੇ ਕਦੀ ਨਹੀਂ ਜਰਦਾ, ਕਦੀ ਨਹੀਂ ਉਹ ਝੱਲ ਸਕਦਾ। ਉਹ ਕਹਿੰਦਾ ਮੈਂ ਹੀ ਸਭ ਤੋਂ ਵੱਡਾ, ਮੈਂ ਹੀ ਸਭ ਤੋਂ ਸਿਆਣਾ। ਅਣਖੁਣ ਕੇ ਦੇ ਵਿੱਚ ਕੋਈ ਨਹੀਂ ਸੀ ਹੈਗੀ, ਬੇਗੈਰਤਾ ਬੰਦਾ ਸੀ। ਤੇ ਭਾਈ ਸਾਹਿਬ ਕਹਿੰਦੇ ਨੇ ਚੰਦੂ ਸੁਨਤ ਅਣਖ ਕੋ ਕਰਕੇ, ਆਪਣੇ ਆਪ 'ਚ ਅਣਖ ਕਰਕੇ ਕਿ ਮੈਂ ਬੜਾ ਅਣਖ ਵਾਲਾ, ਮੈਂ ਗੈਰਤ ਵਾਲਾ ਹਾਂ, ਪਰ ਹੈ ਬੇਗੈਰਤ ਮਨੁੱਖ ਸੀ। ਦਰਬ ਜਾਤ, ਆਪਣੇ ਕੋਲ ਪੈਸਾ ਹੋਣ ਕਰਕੇ ਤੇ ਜਾਤੀ ਹੋਣ ਕਰਕੇ, ਖੱਤਰੀ ਜਾਤੀ ਦਾ ਹੋਣ ਕਰਕੇ, ਔਰ ਹੰਕਾਰ ਮਨ 'ਚ ਹੰਕਾਰ ਕਰਕੇ। ਨੀਕ ਨ ਮਾਨੀ ਕੀਨ ਬਖਾਨੀ ਨਹਿ ਜਾਨੀ ਤੁਮਨੇ ਨਿਰਧਾਰ। ਜੋ ਪੰਡਤ ਨੇ ਕਿਹਾ ਸੀ ਨਾ, ਉਹ ਸਾਰੀ ਗੱਲ ਇਸ ਨੇ ਨੀਕ ਨਾ ਮਾਨੀ, ਚੰਗੀ ਨਾ ਮਾਨੀ। ਤੇ ਕੀ ਆਖਿਆ ਉਸ? ਕਹਿਣ ਲੱਗਾ ਪੰਡਤ ਜੀ ਤੁਸੀਂ ਚੰਗੀ ਤਰ੍ਹਾਂ ਨਿਰਣਾ ਕਰਕੇ ਨਹੀਂ ਜਾਣਿਆ, ਨਹੀਂ ਸਮਝਿਆ। ਸਦਨ 28 ਉੱਤਮ ਖੱਤਰੀ ਮੈਂ ਤਿੰਨ ਮੋ ਉੱਚੀ ਕੁਲ ਚਾਰ। ਤੇ ਜਿਹੜੇ 28 ਖੱਤਰੀ ਹੈ ਨਾ, ਉਹਨਾਂ ਦੀ ਜਾਤ ਉੱਚੀ ਹੈ, ਤੇ ਮੈਂ ਉਸ ਉੱਚੀ ਕੁਲ ਦੇ ਵਿੱਚੋਂ ਹਾਂ। ਚਾਰ ਸੋਹਣੇ ਕੁਲ ਖੱਤਰੀਆਂ ਦੇ ਵਿੱਚ ਜੋ ਚਾਰ ਮੁੱਖ ਜਾਤਾਂ ਮੰਨੀਆਂ ਗਈਆਂ ਹਨ, ਉਹਨਾਂ ਤੋਂ ਅੱਗੇ ਇੱਕ ਦੀਆਂ 4, ਇੱਕ ਦੀਆਂ 8, ਇੱਕ ਦੀਆਂ 12, ਇਸ ਤਰ੍ਹਾਂ ਕਰਕੇ ਵੰਡ ਕੀਤੀ ਹੈ। 2.5 ਖੱਤਰੀ ਜਾਤ ਉਹਨੂੰ ਕਹਿੰਦੇ ਨੇ। ਇੱਕ ਸਮੇਂ ਅਲਾਉਦੀਨ ਖਿਲਜੀ ਦਾ ਜਦੋਂ ਰਾਜ ਦਿੱਲੀ ਵਿੱਚ ਚੱਲਦਾ ਸੀ, ਤਾਂ ਉਸ ਸਮੇਂ ਜਿਹੜੇ ਬਹੁਤ ਸਾਰੇ ਖੱਤਰੀ ਫੌਜ ਵਿੱਚ ਭਰਤੀ ਸਨ, ਫੌਜ ਵਿੱਚ ਨੌਕਰੀ ਕਰਦੇ ਸਨ ਅਲਾਉਦੀਨ ਖਿਲਜੀ ਦੀ ਫੌਜ ਵਿੱਚ। ਉਹ ਜੰਗ ਹੋਇਆ, ਮਾਰੇ ਗਏ। ਉਹਨਾਂ ਦੀਆਂ ਧਰਮ ਪਤਨੀਆਂ ਜਦੋਂ ਵਿਧਵਾ ਹੋ ਗਈਆਂ, ਤੇ ਅਲਾਉਦੀਨ ਖਿਲਜੀ ਨੇ ਯਤਨ ਕੀਤਾ ਕਿ ਨੌਜਵਾਨ ਲੜਕੀਆਂ ਨੇ, ਵਿਧਵਾ ਨੇ, ਇਹਨਾਂ ਦੇ ਵਿਆਹ ਕੀਤੇ ਜਾਣ, ਇਹਨਾਂ ਦਾ ਪੁਨਰ ਵਿਆਹ ਕਰ ਦਿੱਤਾ ਜਾਵੇ। ਉਸ ਨੇ ਉਹਨਾਂ ਦਾ ਪੁਨਰ ਵਿਆਹ ਕਰ ਦਿੱਤਾ। ਤੇ ਉਸ ਪੁਨਰ ਵਿਆਹ ਨੂੰ ਕਰਨ ਕਰਕੇ ਖੱਤਰੀਆਂ ਦੇ ਚ ਇੱਕ ਜਾਤ ਬਣੀ, ਜਿਸ ਨੂੰ ਸ਼ਰੀਨ ਜਾਤੀ ਕਹਿੰਦੇ ਸਨ। ਜਿਹੜੇ ਸ਼ਰਾਂ ਦੇ ਅਧੀਨ ਹੋ ਕੇ ਜਿਨ੍ਹਾਂ ਨੇ ਅਲਾਉਦੀਨ ਖਿਲਜੀ ਦੀ ਗੱਲ ਮੰਨੀ, ਉਹਨਾਂ ਨੂੰ ਸ਼ਰੀਨ ਖੱਤਰੀ ਮੰਨਿਆ ਜਾਣ ਲੱਗਾ। ਇਸ ਪੁਨਰ ਵਿਆਹ ਦੇ ਵਿਰੁੱਧ ਕਦਗੰਜ ਨਗਰ ਦੇ ਰਹਿਣ ਵਾਲੇ ਇੱਕ ਮੇਰੇ ਧੰਨੇ ਨਾਮ ਦੇ ਵਿਅਕਤੀ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਅਲਾਉਦੀਨ ਖਿਲਜੀ ਕੋਲ ਫਰਿਆਦ ਕੀਤੀ। ਫਰਿਆਦ ਕਰਨ ਵਾਸਤੇ ਜਦੋਂ ਇਹ ਆਪਣੇ ਪਿੰਡੋਂ ਤੁਰਿਆ, ਉਹਦੇ ਨਾਲ 2.5 ਕੋਹ ਤੇ ਜਾ ਕਰਕੇ ਜਿਹੜੇ ਖੱਤਰੀ ਉਹਦੀ ਹਾਂ 'ਚ ਹਾਂ ਮਿਲਾ ਕਰਕੇ ਨਾਲ ਤੁਰੇ ਮੇਰੇ ਧੰਨੇ ਵਿਅਕਤੀ ਦੇ ਨਾਲ, ਉਹਨਾਂ ਖੱਤਰੀਆਂ ਨੂੰ ਕਿਹਾ ਗਿਆ 2.5 ਖੱਤਰੀ ਕਿ 2.5 ਕੋਹ ਤੇ ਜਾ ਕੇ ਮਿਲੇ ਸਨ, ਕੁਛ 12 ਕੋਹ ਤੇ ਜਾ ਕੇ ਮਿਲੇ ਸਨ, ਉਹਨਾਂ ਨੂੰ 52 ਖੱਤਰੀ ਕਰਕੇ ਮੰਨਿਆ ਗਿਆ। ਸੋ ਇਸ ਤਰ੍ਹਾਂ ਇਹ ਖੱਤਰੀਆਂ ਦੀਆਂ ਜਾਤਾਂ ਦੀ ਵਰਨ ਵੰਡ ਜਿਹੜੀ ਸੀ ਮੰਨੀ ਗਈ ਹੈ। ਇਹ ਚੰਦੂ ਜਿਹੜਾ ਸੀ ਉਹਨਾਂ 2.5 ਖੱਤਰੀਆਂ ਦੇ ਵਿੱਚੋਂ ਸੀ, ਜਿਹੜਾ ਕਿਸੇ ਦੀ ਧੀ ਭੈਣ ਨੂੰ ਵਸਦੀ ਨਹੀਂ ਵੇਖ ਸਕਦਾ। ਉਹ ਮਨੁੱਖ ਕਾਹਦਾ ਹੈ ਕਿ ਜਿਹੜਾ ਕਿਸੇ ਦੀ ਧੀ ਭੈਣ ਨੂੰ ਸੁਖੀ ਨਾ ਵਸਦੀ ਵੇਖ ਸਕੇ। ਇਹਦੇ ਬਜ਼ੁਰਗਾਂ ਦੇ ਵੱਡ ਵਡੇਰਿਆਂ ਨੇ ਇਹ ਭੈੜਾ ਕੋਝਾ ਯਤਨ ਕੀਤਾ ਸੀ ਕਿ ਜਿਹੜੀਆਂ ਵਿਧਵਾ ਹੋ ਗਈਆਂ ਬੀਬੀਆਂ, ਉਹਨਾਂ ਦਾ ਪੁਨਰ ਵਿਆਹ ਨਹੀਂ ਹੋਣਾ ਚਾਹੀਦਾ। ਇਹ ਉਸ ਜਾਤੀ ਵਿੱਚੋਂ ਜਿਹਨੂੰ 28 ਸ਼੍ਰੇਣੀ ਕਹਿੰਦੇ ਸਨ। ਇਹਨੇ ਆਖਿਆ ਸਦਨ 28 ਉੱਤਮ ਖੱਤਰੀ, ਜਿਹੜੇ 28 ਖੱਤਰੀ ਹੈ ਨਾ, ਉਹ ਉੱਤਮ ਜਾਤ ਵਾਲੇ ਖੱਤਰੀ ਹਨ। ਮੈਂ ਤਿੰਨ ਮੋ ਉੱਚੀ ਕੁਲ ਚਾਰ, ਮੈਂ ਉਹਨਾਂ ਖੱਤਰੀਆਂ ਦੇ ਵਿੱਚੋਂ ਉੱਚੀ ਕੁਲ ਵਾਲਾ, ਉੱਚੇ ਖਾਨਦਾਨ ਵਾਲਾ ਹਾਂ। ਸੋਢੀ ਬੰਸ ਸ਼ਰੀਨ ਸੋ ਖੱਤਰੀ ਨੀਵੇਂ ਥਲ ਹਮ ਤੇ ਉਰ ਧਾਰ। ਤੇ ਆਖਣ ਲੱਗਾ ਕਿ ਮੈਂ ਸਦਨਾ 2.5 ਘਰ ਵਾਲਾ ਖੱਤਰੀ ਹਾਂ, ਉੱਚੀ ਜਾਤ ਵਾਲਾ ਹਾਂ।
ਤੇ ਉਹ ਜਿਹੜੇ ਸੋਢੀ ਬੰਸ ਵਾਲੇ ਨੇ ਉਹ ਸ਼ਰੀਨ ਖੱਤਰੀ ਨੇ। ਸ਼ਰੀਨ ਖੱਤਰੀਆਂ ਨੂੰ ਨੀਵੇਂ ਮੰਨਦੇ ਨੇ, ਬਾਕੀ ਖੱਤਰੀ ਜਿਹੜੇ ਨੇ ਖੱਤਰੀ ਨੀਵੇਂ, ਉਹ ਨੀਵੇਂ ਹਲ ਹਮ ਤੇ ਔਰ ਧਾਰ ਮਨ ਚ ਨਿਰਣਾ ਕਰਕੇ ਔਰ ਧਾਰ ਕੇ ਵੇਖ ਲੈ ਕਿ ਉਹ ਸਾਡੇ ਨਾਲੋਂ ਨੀਵੇਂ ਥਾਂ ਤੇ ਹਨ। ਹਮ ਉੱਤਮ ਚੌਬਾਰੇ ਸਮ ਹੈ, ਸਭ ਘਰ ਤੇ ਊਚੋ ਜਿਮ ਹੋਏ। ਤੇ ਅਸੀਂ ਜਿਹੜੇ ਖੱਤਰੀ ਆ ਨਾ 28 ਘਰ ਖੱਤਰੀ, ਅਸੀਂ ਉੱਚੇ ਚੁਬਾਰੇ ਦੇ ਸਮ ਵਾਂਗ ਹਾਂ, ਚੁਬਾਰੇ ਦੀ ਨਿਆਈ ਹਾਂ। ਜਿਹੜਾ ਚੁਬਾਰਾ ਘਰ ਤੋਂ ਸਭ ਤੋਂ ਉੱਚਾ ਹੁੰਦਾ, ਉੱਚੀ ਥਾਂ ਤੇ ਹੁੰਦਾ ਹੈ। ਕਹਾਂ ਸ਼ਰੀਨ ਹਮ ਤੇ ਬਹੁ ਨੀਚ, ਯਥਾ ਸਦਨ ਕੀ ਮੋਰੀ ਜੋਏ। ਆ ਸ਼ਰੀਨ ਖੱਤਰੀ ਸਾਡੇ ਸਾਹਮਣੇ ਕੀ ਨੇ? ਇਹ ਤਾਂ ਇਸ ਤਰ੍ਹਾਂ ਹਨ ਜਿਵੇਂ ਸਦਨ ਕੀ ਮੋਰੀ ਜੋਏ, ਜਿਵੇਂ ਸਦਨ ਘਰ ਦੀ ਮੋਰੀ ਹੁੰਦੀ ਹੈ। ਜਿਵੇਂ ਘਰ ਵਿੱਚ ਮੋਰੀਆਂ ਰੱਖੀਆਂ ਜਾਂਦੀਆਂ ਸਨ, ਘਰੋਂ ਬਾਹਰ ਪਾਣੀ ਪੂਣੀ ਨਿਕਲਣ ਵਾਸਤੇ, ਕੱਢਣ ਵਾਸਤੇ, ਬਰਸਾਤੀ ਪਾਣੀ ਵਾਸਤੇ। ਕਹਿਣ ਲੱਗਾ ਇਹ ਤਾਂ ਇਸ ਤਰ੍ਹਾਂ ਨੀਵੇਂ ਹਨ ਜਿਵੇਂ ਘਰ ਦੀ ਮੋਰੀ ਹੁੰਦੀ ਹੈ। ਤਨੀਆਂ ਈਂਟ ਚੁਬਾਰੇ ਕੀ ਮਮ, ਮੋਰੀ ਸਮਕੁਲ ਮਹਿੰਦੀ ਸੋਏ। ਜਿਹੜੀ ਮੇਰੀ ਤਨੀਆਂ ਪੁੱਤਰੀ ਸੀ ਨਾ, ਇਹ ਚੁਬਾਰੇ ਦੀ ਇੱਟ ਦੀ ਨਿਆਈ ਸੀ। ਤਨੀਆਂ ਮੇਰੀ ਤਨੀਆਂ ਈਟ ਚੁਬਾਰੇ ਕੀ। ਸੋ ਮੇਰੀ ਜਿਹੜੀ ਪੁੱਤਰੀ ਹੈ, ਮਮ ਕਹਿੰਦੇ ਨੇ ਮੇਰੀ ਨੂੰ, ਮੇਰੀ ਪੁੱਤਰੀ ਚੁਬਾਰੇ ਦੀ ਇੱਟ ਦੀ ਨਿਆਈ ਹੈ। ਤੁਸੀਂ ਜਾ ਕੇ ਸਮਕੁਲ ਮਹਿ ਦੀ ਸੋਏ, ਜਿਹੜੀ ਮੋਰੀ ਸਮ ਨੀਵੀਂ ਮੋਰੀ ਦੀ ਨਿਆਈ ਕੁਲ ਨੀਵੀਂ ਕੁਲ ਹੈ, ਉਹਨਾਂ ਦੇ ਘਰ ਵਿੱਚ ਜਾ ਕੇ ਤੁਸੀਂ ਮੇਰੀ ਧੀ ਦੇ ਰਿਸ਼ਤੇ ਦੀ ਗੱਲਬਾਤ ਕਰ ਆਏ ਹੋ। ਯਥਾ ਜੋਗ ਨਹਿ ਕਛੂ ਵਿਚਾਰਿਓ, ਅਸਮੰਜਸ ਜਾਣੈ ਸਭ ਕੋਏ। ਤੇ ਜੋ ਯਥਾ ਜੋਗ ਗੱਲ ਵਿਚਾਰਨੀ ਚਾਹੀਦੀ ਸੀ ਨਾ, ਠੀਕ ਨਿਰਣਾ ਕਰਕੇ ਉਹ ਤੁਸਾਂ ਕੁਛ ਵਿਚਾਰਿਆ ਸੋਚਿਆ ਨਹੀਂ, ਤੇ ਗੱਲ ਸਾਰੇ ਅਸਮੰਜਸ ਹੁੰਦੀ ਹੈ, ਅਣਬਣ ਵਾਲੀ ਗੱਲ। ਅਸਮੰਜਸ ਜਾਣੇ ਸਭ ਕੋਏ, ਜਦੋਂ ਜਿਹਨੂੰ ਪਤਾ ਲੱਗੇਗਾ ਉਹ ਇਸ ਗੱਲ ਨੂੰ ਅਣਬਣ ਵਾਲੀ ਜਾਣੇ ਸਮਝੇਗਾ। ਈਟ ਚੁਬਾਰੇ ਕੀ ਸਭ ਸਿਰ ਪਰ, ਮੋਰੀ ਲੱਗੀ ਜੋ ਸਭ ਤੇ ਨੀਵ। ਜਿਹੜੀ ਚੁਬਾਰੇ ਦੀ ਇੱਟ ਹੁੰਦੀ ਉਹ ਸਾਰਿਆਂ ਤੋਂ ਉੱਪਰ ਹੁੰਦੀ, ਸਿਰੇ ਦੇ ਉੱਪਰ ਹੁੰਦੀ ਹੈ, ਸਿਰ ਦੇ ਉੱਪਰ ਉੱਚੀ ਹੁੰਦੀ ਹੈ। ਪਰ ਜਿਹੜੀ ਮੋਰੀ ਦੀ ਇੱਟ ਹੁੰਦੀ ਉਹ ਨੀਵੇਂ ਥਾਂ ਤੇ ਲੱਗੀ ਹੁੰਦੀ ਹੈ। ਤੀਨ ਬਾਰ ਤਕਰਾਰ ਕਰਿਓ ਏਮ, ਕੌਣ ਬੋਲਿਓ ਧਨ ਕਿਆ ਟਿਗ ਥੀ। ਇਸ ਦੁਸ਼ਟ ਸੁਭਾਅ ਵਾਲੇ, ਮੰਦੇ ਕਰਮਾਂ ਵਾਲੇ, ਮੰਦ ਭਾਗੀ ਦੁਸ਼ਟ ਚੰਦੂ ਨੇ 3 ਵਾਰੀ ਇਸ ਤਰ੍ਹਾਂ ਤਕਰਾਰ ਵਾਲੇ ਬੋਲ ਬੋਲੇ। ਤਕਰਾਰ ਕਹਿੰਦੇ ਨੇ ਤਰਕਾਂ ਵਾਲੇ, ਕੁਤਰਕਾਂ ਵਾਲੇ ਘਟੀਆ ਬੋਲ। ਇਸ ਤਰ੍ਹਾਂ ਤਕਰਾਰ ਭਰੇ ਬੋਲ ਇਹਨੇ 3 ਵਾਰੀ ਬੋਲੇ। ਤੇ ਕਹਿਣ ਲੱਗਾ, ਪੰਡਤਾ ਜਿਹੜੇ ਧਨ ਦੀ ਤੂੰ ਗੱਲ ਕਰਦਾ ਉਹਨਾਂ ਕੋਲ ਧਨ ਬੜਾ ਹੈ, ਧਨ ਕਿਆ ਟਿਗ ਥੀਵ। ਉਹਨਾਂ ਦੇ ਧਨ, ਉਹਨਾਂ ਦੇ ਕੋਲ, ਉਹਨਾਂ ਦੇ ਪਾਸ ਪੈਸਾ ਧਨ ਕੀ ਹੋਣਾ ਹੈ। ਗੁਜਰ ਫਕੀਰਨ ਜੈਸੀ ਤਿਸ ਕੀ, ਪੂਜਾ ਲੇਹ ਆਹਾਰ ਕਰੀ। ਉਹਨਾਂ ਦੀ ਜਿਹੜੀ ਗੁਜ਼ਰ ਗੁਜ਼ਾਰਾ ਹੈ ਉਹ ਤਾਂ ਫਕੀਰਾਂ ਦੀ ਤਰ੍ਹਾਂ ਹੈ, ਜਿਵੇਂ ਫਕੀਰ ਗੁਜ਼ਾਰਾ ਕਰਦੇ ਨੇ। ਪੂਜਾ ਲੈ ਆਹਾਰ ਕਰੀਬ, ਉਹ ਤਾਂ ਪੂਜਾ ਲੈ ਕਰਕੇ ਆਪਣਾ ਗੁਜ਼ਾਰਾ ਕਰਦੇ ਹੋਣਗੇ। ਆਨ ਚੜਾਵੇ ਤੋ ਧਨ ਪਾਵੇ, ਨਾਹੀ ਤਾਂ ਬੈਠੇ ਰਹਿ ਸਦੀ। ਜੇਕਰ ਕੋਈ ਆ ਕੇ ਉਹਨਾਂ ਨੂੰ ਧਨ ਪੈਸਾ ਚੜਾਉਂਦਾ ਹੋਵੇਗਾ ਤਾਂ ਹੀ ਪੈਸਾ ਉਹ ਪ੍ਰਾਪਤ ਕਰਦੇ ਹੋਣਗੇ, ਨਹੀਂ ਤਾਂ ਫਿਰ ਉਹ ਸਦਾ ਵਿਹਲੇ ਹੋ ਕਰਕੇ ਇਸੇ ਤਰ੍ਹਾਂ ਬੈਠੇ ਰਹਿੰਦੇ ਹੋਣਗੇ। ਦੇਸ਼ ਪਰਗਨਾ ਨਹੀਂ ਅਜਾਰੈ, ਨਹਿ ਦੀਵਾਨ ਕਿਸ ਹੀ ਮਹਿ ਪਾਲ। ਉਹਨਾਂ ਦੇ ਕੋਲ ਨਾ ਕੋਈ ਦੇਸ਼ ਹੈ, ਨਾ ਕੋਈ ਪਰਗਨਾ। ਇਲਾਕਿਆਂ ਨੂੰ ਕਹਿੰਦੇ ਸਨ, ਪਟਾ ਲਿਖਾਇਆ ਹੁੰਦਾ ਸੀ ਜਿਵੇਂ ਸਰਕਾਰਾਂ ਕੋਲੋਂ। ਨਾ ਉਹਨਾਂ ਕੋਲ ਕੋਈ ਦੇਸ਼ ਇਲਾਕਾ ਆਪਣਾ, ਨਾ ਕੋਈ ਪਰਗਨਾ ਹੈ। ਨਹੀਂ ਅਜਾਰੇ, ਅਜਾਰੇ ਹੁੰਦਾ ਠੇਕਾ। ਕਿਸੇ ਥਾਂ ਇਲਾਕੇ ਦਾ ਠੇਕਾ ਵੀ ਉਹਨਾਂ ਕੋਲ ਨਹੀਂ ਹੈ। ਨਾ ਉਹ ਕਿਸੇ ਮਹਿਪਾਲ ਰਾਜੇ ਦੇ ਦੀਵਾਨ ਹਨ, ਕਿਸੇ ਦੇ ਵਜ਼ੀਰ ਵੀ ਨਹੀਂ ਹਨ। ਨਹੀਂ ਕਨੋ ਵਿਵਹਾਰ ਚਲਾਵੇ, ਜਹ ਤੇ ਆਵੇ ਦਰਬ ਵਿਸਾਲ। ਨਾ ਕੋ ਉਹਨਾਂ ਦਾ ਵੱਡਾ ਕਾਰੋਬਾਰ ਚੱਲਦਾ, ਵਿਵਹਾਰ ਚੱਲਦਾ, ਜਿਸ ਕਰਕੇ ਬਹੁਤ ਸਾਰਾ ਧਨ ਪੈਸਾ ਆਉਂਦਾ ਹੋਵੇ। ਮੈਂ ਦੀਵਾਨ ਵੱਡ ਪਾਤਸ਼ਾਹ ਕੋ,
ਜਿਤ ਕਿਤ ਮੇਰੋ ਹੁਕਮ ਅਟਾਲ। ਤੇ ਮੈਂ ਵੱਡੇ ਬਾਦਸ਼ਾਹ ਦਾ ਦੀਵਾਨ ਹਾਂ, ਜਿੱਥੇ ਕਿਤੇ ਸਾਰੇ ਥਾਵਾਂ ਤੇ ਮੇਰਾ ਹੁਕਮ ਅਟਲ ਹੈ। ਜੋ ਮੈਂ ਕਹਿ ਦਿੰਦਾ ਹਾਂ ਉਹ ਸਾਰੇ ਕਰਦੇ ਮੰਨਦੇ ਹਨ। ਮਹਾ ਪਿਦਾਇਸ਼ ਧਨ ਕੀ ਮੇਰਾ, ਡਰਤ ਲੋਕ ਮੁਝ ਲਖੈ ਕਰਾਰ। ਮੇਰੇ ਕੋਲ ਧਨ ਦੀ ਪੈਸੇ ਦੀ ਬੜੀ ਪਦਾਇਸ਼ ਹੈ, ਪੈਸਾ ਬੜਾ ਆਉਂਦਾ, ਸਾਰੇ ਲੋਕ ਮੇਰੇ ਤੋਂ ਡਰਦੇ, ਮੇਰਾ ਭੈ ਖਾਂਦੇ, ਮੈਨੂੰ ਬੜਾ ਕਰੂ ਭਿਆਨਕ ਸਮਝਦੇ ਕਿ ਜੇਕਰ ਅਸੀਂ ਦੀ ਗੱਲ ਨਾ ਮੰਨੀ ਤੇ ਇਹਨੇ ਸਾਨੂੰ ਮਾਫ ਨਹੀਂ ਕਰਨਾ। ਇਸ ਤਰ੍ਹਾਂ ਮੈਨੂੰ ਬੜਾ ਭਿਆਨਕ ਜਿਹਾ ਜਾਣ ਕਰਕੇ, ਕਰਾਲ ਜਿਹਾ ਰੂਪ ਸਮਝ ਕਰਕੇ ਸਾਰੇ ਮੇਰਾ ਭੈ ਮੰਨਦੇ ਹਨ। ਜਾਂ ਤੇ ਭੀ ਮਮ ਸਮ ਕੋ ਨਾਹਿ, ਤੁਮਨੇ ਕੀਨਸ ਕਹਾਂ ਵਿਚਾਰ। ਇਸ ਵਾਸਤੇ ਪੈਸੇ ਕਰਕੇ ਵੀ ਉਹ ਮੇਰੇ ਬਰਾਬਰ ਨਹੀਂ ਹਨ। ਤੇ ਪੰਡਤਾ ਤੂੰ ਜਾ ਕੇ ਕੀ ਕਰ ਆਇਆ, ਤੂੰ ਕਾਹਦੀ ਵਿਚਾਰ ਕੀਤੀ ਹੈ। ਜਾਤ ਨਹੀਂ ਵਿਵਹਾਰ ਪਛਾਨਿਓ, ਨਹਿ ਜਾਣਿਓ ਮੁਝ ਜਥਾ ਉਦਾਰ। ਨਾ ਕੋਈ ਉਹਨਾਂ ਦੀ ਜਾਤ ਉੱਚੀ ਹੈ, ਨਾ ਕੋਈ ਤੂੰ ਉਹਨਾਂ ਦਾ ਕਾਰ ਵਿਹਾਰ ਪਛਾਣਿਆ ਵੇਖਿਆ ਹੈ। ਨਹਿ ਜਾਣਿਓ ਮੁਝ ਜਥਾ ਉਦਾਰ, ਜਿਵੇਂ ਮੈਂ ਉਦਾਰ ਅਮੀਰ ਹਾਂ ਨਾ, ਇਸ ਤਰ੍ਹਾਂ ਉਹਨਾਂ ਦੀ ਤੂੰ ਅਮੀਰੀ ਵੀ ਨਹੀਂ ਜਾਣਨਾ, ਨਹੀਂ ਵੇਖਣਾ ਕੀਤੀ। ਹੋਏ ਅਨਜਾਨ ਬਖਾਨੋ ਮਹਿਮਾ, ਕਿਆ ਤਿਸ ਕੋ ਤੁਮ ਲੀਨ ਨਿਹਾਰ। ਤੂੰ ਮੈਂ ਤਾਂ ਸਮਝਦਾ ਸੀ ਬੜਾ ਸਿਆਣਾ ਹੈ, ਤੇ ਤੂੰ ਤਾਂ ਬੜਾ ਅਣਜਾਣ ਹੋ ਕਰਕੇ, ਬੇਸਮਝ ਹੋ ਕਰਕੇ ਉਹਨਾਂ ਦੀ ਮਹਿਮਾ ਕਰਦਾ। ਤੂੰ ਉਹਨਾਂ ਦਾ ਕੀ ਵੇਖ ਆਇਆ ਹੈ। ਸਿਖ ਰੰਕਨ ਕੀ ਪੀਰ ਰਹਿ ਟਿਕ, ਇਹ ਪ੍ਰਭਾਵ ਇੱਕ ਕੀਨ ਉਚਾਰ। ਪਹਿਲਾਂ ਗੁਰੂ ਕਿਆਂ ਦੀ ਨਿੰਦਾ ਕੀਤੀ, ਹੁਣ ਸਿੱਖ ਸੰਗਤਾਂ ਦੀ ਵੀ ਨਿੰਦਾ ਕੀਤੀ। ਕਹਿਣ ਲੱਗੇ ਗਰੀਬ ਸਿੱਖਾਂ ਦੀ ਉੱਥੇ ਭੀੜ ਲੱਗੀ ਰਹਿੰਦੀ ਹੈ, ਉੱਥੇ ਦਾ ਗਰੀਬ ਗੁਰਬੇ ਸਿੱਖ ਉਹਨਾਂ ਕੋਲ ਆਉਂਦੇ, ਤੇ ਉਹਨਾਂ ਦਾ ਕੀ ਪ੍ਰਭਾਵ ਤੂੰ ਵੇਖ ਲਿਆ ਹੈ, ਜਿਹਦੇ ਬਾਰੇ ਆ ਕੇ ਮੈਨੂੰ ਦੱਸਦਾ ਹੈ। ਕਰਿਓ ਸੁ ਕਰਿਓ ਮਾਨ ਮੈਂ ਲੀਨਸ, ਇਸਕੇ ਹੇਤ ਸੁਨੋ ਦੇ ਕਾਨ। ਜੋ ਤੂੰ ਕਰ ਦਿੱਤਾ ਸੋ ਕਰ ਦਿੱਤਾ, ਹੁਣ ਮੈਂ ਤੇਰਾ ਕੀਤਾ ਜਿਹੜਾ ਹੈ ਉਹ ਤੇਰੇ ਨਾ ਨਹੀਂ ਕਰਦਾ। ਇਸ ਕੇ ਹੇਤ ਸੁਣੋ ਦੇ ਕਾਨ, ਇਸ ਦੇ ਵਾਸਤੇ ਤੁਸੀਂ ਕੰਨ ਦੇ ਕਰਕੇ ਮੇਰੀ ਗੱਲ ਸੁਣੋ। ਸੁਤਾ ਸੰਬੰਧ ਕਰਨ ਕੇ ਕਾਰਨ, ਪਠੈ ਵਿਪਰ ਕੋ ਆਪਣੇ ਥਾਨ। ਤੇ ਤੁਹਾਨੂੰ ਮੈਂ ਆਪਣੀ ਪੁੱਤਰੀ ਦਾ ਸੰਬੰਧ ਰਿਸ਼ਤਾ ਕਰਨ ਵਾਸਤੇ ਆਪਣੀ ਥਾਂ ਤੇ ਸਿਆਣਾ ਬ੍ਰਾਹਮਣ ਜਾਣ ਕੇ ਘੱਲਿਆ ਸੀ। ਇਹ ਕਰ ਆਏ ਉਚਿਤ ਸੋ ਮਾਨਨ, ਕਰਿਓ ਸੰਬੰਧ ਜੇ ਦੇ ਬਖਾਨ। ਮੈਂ ਹੁਣ ਤੁਹਾਡੀ ਗੱਲ ਕੱਟਦਾ ਨਹੀਂ ਹਾਂ, ਮੇਰੀ ਧੀ ਦਾ ਨਾਤਾ ਕਰਨ ਲਈ ਤੁਸੀਂ ਮੇਰੀ ਥਾਂ ਤੇ ਗਏ ਸੋ ਜਿੱਥੇ ਉਹ ਨਾਤਾ ਕਰ ਆਵੇਗਾ ਬ੍ਰਾਹਮਣ ਪੰਡਤ, ਮੈਂ ਉਹ ਮੰਨ ਲਵਾਂਗਾ। ਮੈਂ ਮਨ ਵਿੱਚ ਧਾਰਨ ਕੀਤੀ ਸੀ ਇਹ ਸਾਰੀ ਗੱਲ ਕਿ ਜਿੱਥੇ ਤੁਸੀਂ ਰਿਸ਼ਤਾ ਕਰ ਆਵੋਗੇ ਉੱਥੇ ਹੀ ਮੈਂ ਹਾਂ ਕਰਨੀ ਕਰਾਂਗਾ, ਉੱਥੇ ਮੈਂ ਯੋਗ ਤੇ ਉਚਿਤ ਸਮਝਾਂਗਾ। ਮਹਿਮਾਨੈ ਤੋ ਦੋਸ਼ ਲੱਗੈ ਤੇ, ਤਨੀਆਂ ਪਤ ਕੋ ਦੁਤੀਆ ਠਾਨ। ਹੁਣ ਜੇਕਰ ਮੈਂ ਉਹ ਗੱਲ ਨਹੀਂ ਮੰਨਦਾ, ਨਾ ਕਰਦਾ ਹਾਂ, ਕਿਉਂਕਿ ਤੁਸੀਂ ਮੇਰੀ ਥਾਂ ਹੀ ਵਰ ਵੇਖਣ ਵਾਸਤੇ ਗਏ ਸੀ ਤੇ ਤੁਸੀਂ ਗੱਲਬਾਤ ਕਰ ਆਏ ਹੋ। ਜੇਕਰ ਹੁਣ ਗੱਲ ਇਹ ਮੈਂ ਨਾ ਮੰਨਾਂ ਤੇ ਮੈਨੂੰ ਦੋਸ਼ ਲੱਗੇਗਾ, ਪਾਪ ਲੱਗੇਗਾ। ਤੇ ਤਣੀਆਂ ਪਤ ਕੋ ਦੁਤੀਆ ਠਾਨ, ਆਪਣੀ ਧੀ ਦਾ ਰਿਸ਼ਤਾ ਇੱਕ ਥਾਂ ਤੇ ਗੱਲ ਕਰਕੇ ਦੂਜੀ ਥਾਂ ਤੇ ਮੈਂ ਕਰਾਂ, ਕਿਸੇ ਹੋਰ ਨੂੰ ਧੀ ਦਾ ਪਤੀ ਬਣਾਵਾਂ, ਇਹ ਗੱਲ ਠੀਕ ਨਹੀਂ ਸਮਝਦਾ ਹਾਂ। ਪ੍ਰਥਮ ਕਹਿਓ ਜਹ ਪਤ ਸੋ ਹੋਇਓ, ਜਾਂ ਤੇ ਤੁਮਨੇ ਕੀਨ ਸਜੋਏ। ਜੋ ਮੈਂ ਪਹਿਲਾਂ ਕਹਿ ਦਿੱਤਾ ਸੀ ਬਸ ਹੁਣ ਉਹੀ ਮੇਰੀ ਧੀ ਦਾ ਪਤੀ ਹੋਵੇਗਾ। ਤੇ ਪੰਡਿਤ ਜੋ ਤੁਸੀਂ ਕਰ ਆਏ ਹੋ, ਜਾਂ ਤੇ ਤੁਮਨੇ ਕੀਨ ਸਜੋਏ, ਜੋ ਇਸ ਵਾਸਤੇ ਤੁਸੀਂ ਕਰਕੇ ਆਏ ਕਰ ਦਿੱਤਾ ਹੈ। ਕੁਲ ਹੋਏ ਹੀਨ ਦਰਬ ਤੇ ਹੀਨ, ਜੋ ਭਇਓ ਜਮਾਤਾ ਅਬ ਮਮ ਸੋਏ। ਇਹਨੇ ਫਿਰ ਕਾਲੀ ਜ਼ਬਾਨ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਨਿੰਦਾ ਕੀਤੀ ਕਿ ਉਹ ਕੁਲ ਤੋਂ ਵੀ ਨੀਵੇਂ ਹੀਨੇ ਹਨ, ਧਨ ਤੋਂ ਵੀ ਹੀਨੇ ਹਨ।
ਇਹੋ ਜਿਹਾ ਤੂੰ ਮੈਨੂੰ ਜਵਾਈ ਲੱਭ ਦਿੱਤਾ ਹੈ। ਭਇਓ ਜਮਾਤਾ ਆਪ ਮਮ ਸੋਇਓ, ਹੁਣ ਮੇਰਾ ਜਵਾਈ ਬਣੇਗਾ। ਜਗਤ ਰੀਤ ਬਿਗੜੈ ਅਬ ਫੇਰੇ, ਭਲਾ ਨ ਮਾਨਹਿ ਗੋ ਸੁਨ ਕੋਏ। ਤੇ ਜਗਤ ਦੀ ਰੀਤ ਹੁਣ ਵਿਗੜ ਜਾਵੇਗੀ ਜੇਕਰ ਮੈਂ ਜਵਾਬ ਦਿੱਤਾ ਤੇ ਲੋਕਾਂ ਨੇ ਮੇਰੀ ਬਖਤੋਈ ਬਦਨਾਮੀ ਕਰਨੀ ਹੈ ਕਿ ਬਾਦਸ਼ਾਹ ਦਾ ਦੀਵਾਨ ਸੀ, ਧੀ ਦੇ ਰਿਸ਼ਤੇ ਦੀ ਗੱਲ ਕਰਕੇ ਤੇ ਹੁਣ ਮੁੱਕਰ ਗਿਆ ਹੈ, ਫਿਰ ਮੇਰੀ ਹੀ ਬਦਨਾਮੀ ਹੋਵੇਗੀ ਇਸ ਗੱਲ ਵਿੱਚ। ਆਪਨ ਥਾਨ ਕਰ ਨਾਤੇ ਹਿਤ ਮੈਂ, ਪਠਿਓ ਵਿਪਰ ਤਵ ਕਰਿਓ ਸੋ ਹੋਏ। ਇਸ ਵਾਸਤੇ ਆਪਣੀ ਥਾਂ ਕਰਕੇ ਤੁਹਾਨੂੰ ਸਾਰੇ ਜਾਣੇ ਨੂੰ ਮੈਂ ਭੇਜਿਆ ਸੀ ਕਿ ਤੁਸੀਂ ਜਾ ਕਰਕੇ ਮੇਰੀ ਧੀ ਦਾ ਨਾਤਾ ਰਿਸ਼ਤਾ ਕਰਕੇ ਆਓ। ਪਠਿਓ ਵਿਪਰ ਤਵ ਕਰਿਓ ਸੋ ਹੋਏ। ਸੋ ਪੰਡਤ ਜੀ, ਜੋ ਤੁਹਾਨੂੰ ਕਿਹਾ ਸੀ ਤੁਸੀਂ ਕਰਕੇ ਆਏ ਹੋ, ਜੋ ਤੁਸੀਂ ਕਰ ਰਹੇ ਹੋ ਤੁਹਾਡਾ ਕੀਤਾ ਹੀ ਹੋਣਾ ਕਰੇਗਾ। ਸੋ ਜੋ ਤੁਸੀਂ ਕੀਤਾ ਹੈ ਹੁਣ ਉਹੀ ਹੋਵੇ ਤੇ ਠੀਕ ਹੈ। ਇਸ ਤਰ੍ਹਾਂ ਦੁਸ਼ਟ ਚੰਦੂ ਨੇ ਬਹੁਤ ਤਰਕਾਂ ਵਾਲੇ ਨੀਵੇਂ ਪੱਧਰ ਦੇ ਬੋਲ, ਅਜੋਗ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਾਨ ਦੇ, ਗੁਰੂ ਘਰ ਦੇ, ਗੁਰੂ ਕੀਆਂ ਸੰਗਤਾਂ ਦੇ ਖਿਲਾਫ ਬੋਲੇ। ਸਿੱਖ ਸੰਗਤਾਂ ਨੇ ਸੁਣਿਆ, ਉਹਨਾਂ ਨੇ ਸਾਹਿਬਾਂ ਵੱਲ ਚਿੱਠੀ ਲਿਖੀ ਹੈ। ਐਨ ਸਗਾਈ ਦਾ ਸਮਾਂ ਢੁੱਕ ਚੁੱਕਾ ਸੀ। ਜਿਸ ਸਮੇਂ ਉਹ ਚਿੱਠੀ ਸਾਹਿਬਾਂ ਦੇ ਪਾਸ ਪਹੁੰਚੀ, ਉਹ ਸਾਰਾ ਇਤਿਹਾਸ ਭਾਈ ਸਾਹਿਬ ਜੀ ਅੱਗੇ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ। ਅੰਤਲੀਆਂ ਪੰਕਤੀਆਂ ਪੜ੍ਹ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਜਗਤ ਰੀਤ ਬਿਗੜੈ ਅਬ ਫੇਰੇ, ਭਲਾ ਨ ਮਾਨਹਿ ਗੋ ਸੁਨ ਕੋਏ। ਆਪਨ ਥਾਨ ਕਰ ਨਾਤੇ ਹਿਤ ਮੈਂ, ਪਠਿਓ ਵਿਪਰ ਤਬ ਕਰਿਓ ਸੋ ਹੋਏ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਪੀ ਹੋਵਨਹਾਰ ਹੈ ਸੰਤ ਕੈ ਸਦਾ ਸੰਗ ਨਿਦਾਰਾ ਆਧਾਰ ਹੈ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਆਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਾਰ ਸੇਵਦੇ ਗੁਰ ਪਾਰ ਉਤਾਰਨਹਾਰ ਜੋ ਸ਼ਰਦਾ ਕਾਰ ਸੇਵਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।